ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬੇਸ਼ੁਮਾਰ ਅਥਾਹ ਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਮੋਹ ਅਵਤਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀ ਲੈ ਪਾਵੈ। ਹਉ ਕਾਟਉ ਕਾਟ ਬਾੜ ਸਿਰ ਰਾਖਾਉ, ਜਿਤ ਨਾਨਕ ਸੰਤ ਚੜ੍ਹ ਆਵੈ। ਹਰ ਦਾਸਨ ਸਿਉ ਪ੍ਰੀਤ ਹੈ, ਹਰ ਦਾਸਨ ਕੋ ਮਿਤ। ਹਰ ਦਾਸਨ ਕੈ ਵਸ ਹੈ, ਜਿਉ ਜੰਤੀ ਕੈ ਵਸ ਜੰਤ। ਹਰ ਕੇ ਦਾਸ ਹਰ ਧਿਆਏ ਦੇ, ਕਰ ਪ੍ਰੀਤਮ ਸਿਉ ਨੇਹੋ। ਕਿਰਪਾ ਕਰਕੇ ਸੁਣੋ ਪ੍ਰਭ, ਸਭ ਜਗ ਮਹਿ ਵਰਸੈ ਮੇਹੋ। ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਵ ਦੀ, ਜਨ ਕਾ ਜੈਕਾਰ ਕਰਾਈ। ਸੋ ਹਰ ਜਨ ਨਾਮ ਧਿਆਏ ਦਾ, ਹਰ ਹਰ ਜਨ ਇੱਕ ਸਮਾਨ। ਜਨ ਨਾਨਕ ਹਰ ਕਾ ਦਾਸ ਹੈ, ਹਰ ਪੈਜ ਰੱਖੋ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ। ਦਾਸ ਨੂੰ ਕੁਝ ਪ੍ਰੇਮੀ ਜਨਾਂ ਵੱਲੋਂ ਆਗਿਆ ਹੋਈ ਹੈ ਗੁਰੂ ਕੇ ਪਿਆਰਿਆਂ ਸਿੰਘਾਂ ਵੱਲੋਂ ਕਿ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਖਾਲਸਾ ਜੀ ਦਮਦਮੀ ਟਕਸਾਲ ਵਾਲੇ ਮਹਾਂਪੁਰਸ਼ਾਂ ਦੇ ਪਵਿੱਤਰ ਜੀਵਨ ਸਮਾਚਾਰ ਕੁਛ ਬਿਆਨ ਕੀਤੇ ਜਾਣ। ਉਹਨਾਂ ਦੀ ਜਿਹੜੀ ਜੀਵਨ ਸ਼ੈਲੀ ਸੀ, ਉਹਨਾਂ ਦਾ ਜੋ ਪਵਿੱਤਰ ਜੀਵਨ ਸੀ, ਸਾਫ ਸੁਥਰਾ ਪੰਥਕ ਜੀਵਨ ਸੀ, ਜੋ ਦਮਦਮੀ ਟਕਸਾਲ ਵਿੱਚ ਰਹਿ ਕੇ ਉਹਨਾਂ ਨੇ ਸੇਵਾਵਾਂ ਨਿਭਾਈਆਂ, ਜਿਹੋ ਜਿਹੀ ਉਹਨਾਂ ਦੀ ਅਵਸਥਾ ਸੀ, ਉਹਦੇ ਬਾਰੇ ਕੁਛ ਬਿਆਨ ਕੀਤਾ ਜਾਏ। ਤੇ ਮੈਂ ਅਰਜ਼ ਕਰਦਾ ਹਾਂ ਕਿ ਸਾਧੂ ਦੀ ਮਹਿਮਾ, ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹਨ, ਸਾਧ ਕੀ ਮਹਿਮਾ ਵੇਦ ਨ ਜਾਣੈ, ਜੇਤਾ ਸੁਨਹਿ ਤੇਤਾ ਬਖਿਆਨਹਿ। ਸਾਧ ਕੀ ਉਪਮਾ ਤਿਹ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਔਰ ਇਹ ਵੀ ਹਜ਼ੂਰ ਨੇ ਕਿਹਾ, ਬ੍ਰਹਮ ਗਿਆਨੀ ਕਉ ਖੋਜਿਆ ਹੈ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਜਿਸ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਦੀ ਪੂਰਨ ਵਡਿਆਈ ਬਿਆਨ ਨਹੀਂ ਹੋ ਸਕਦੀ, ਇਸੇ ਤਰ੍ਹਾਂ ਜੋ ਵਾਹਿਗੁਰੂ ਬ੍ਰਹਮ ਪਰਮਾਤਮਾ ਵਿੱਚ ਅਭੇਦ ਪੁਰਸ਼ ਹਨ, ਉਹਨਾਂ ਦੀ ਵੀ ਪੂਰਨ ਤੌਰ ਤੇ ਵਡਿਆਈ ਕਥਨ ਨਹੀਂ ਹੋ ਸਕਦੀ। ਜੋ ਅਸੀਂ ਉਹਨਾਂ ਦੇ ਜੀਵਨ ਸਮਾਚਾਰ ਬਿਆਨ ਕਰਦੇ ਹਾਂ, ਇਹ ਜੋ ਬਾਹਰੋਂ ਅਸੀਂ ਉਹਨਾਂ ਨੂੰ ਵੇਖਿਆ, ਉਹਨਾਂ ਦੀ ਕਿਰਿਆ ਨੂੰ ਵੇਖਿਆ ਹੈ, ਉਹਨਾਂ ਦੇ ਪਰਉਪਕਾਰ ਵੇਖੇ ਨੇ, ਉਹਨਾਂ ਦੀ ਸੇਵਾ ਕੀਤੀ ਵੇਖੀ ਹੈ, ਜੋ ਸਾਨੂੰ ਬਾਹਰੋਂ ਦਿਸਦੇ ਸਨ, ਉਹਦੇ ਲਿਹਾਜ਼ ਨਾਲ ਹੀ ਕੋਈ ਬਿਆਨ ਕਰ ਸਕਦਾ ਹੈ। ਪਰ ਜੋ ਉਹਨਾਂ ਦੇ ਅੰਦਰ ਵਰਤਾਰਾ ਵਰਤਦਾ ਹੈ, ਜਿਸ ਉਹ ਆਤਮਿਕ ਆਨੰਦ ਵਿੱਚ ਖੇਡਦੇ ਹਨ, ਜਿਸ ਆਤਮਾ ਆਨੰਦ ਦੇ ਸਮੁੰਦਰ ਵਿੱਚ ਉਹ ਤਾਰੀਆਂ ਲਾਉਂਦੇ ਹਨ, ਉਹ ਤੇ ਉਸ ਅਵਸਥਾ ਵਿੱਚ ਕੋਈ ਪਹੁੰਚਿਆ ਹੋਇਆ ਵਿਅਕਤੀ ਹੀ ਜਾਣਦਾ। ਜੋ ਜਾਣਦਾ ਹੈ ਉਹ ਵੀ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ। ਇਸ ਕਰਕੇ ਸਿਰਫ ਜਿਵੇਂ ਪਰਮਾਤਮਾ ਦੀ ਵਡਿਆਈ ਕਰਕੇ, ਵਾਹਿਗੁਰੂ ਦਾ ਜਸ ਗਾ ਕੇ ਅਸੀਂ ਆਪਣੇ ਆਪ ਵਿੱਚ ਲਾਭ ਪ੍ਰਾਪਤ ਕਰਦੇ ਹਾਂ, ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੀ ਉਸਤਤ ਕਰਕੇ ਅਸੀਂ ਆਪਣੇ ਮਨ ਨੂੰ ਹੋਰ ਸਵਾਰਨ ਸ਼ਿੰਗਾਰਨ ਦਾ ਯਤਨ ਕਰ ਸਕਦੇ ਹਾਂ ਕਿ
ਜਿਵੇਂ ਬਚਨ ਹਨ, ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਜਿਵੇਂ ਦਰਿਆ ਸੀ ਠਾਠਾਂ ਮਾਰਦਾ ਤੇ ਉਹਦੇ ਕਿਨਾਰੇ ਤੇ ਇੱਕ ਪਾਸੇ ਨੌਜਵਾਨ ਲੜਕੇ ਖੜੇ ਸਨ, ਇੱਕ ਪਾਸੇ ਨੌਜਵਾਨ ਲੜਕੀਆਂ ਖੜੀਆਂ ਸੀ, ਤੇ ਉਹ ਨੌਜਵਾਨ ਲੜਕੀਆਂ ਵਿੱਚ ਛਾਲਾਂ ਮਾਰਨ ਤੋਂ ਡਰਦੀਆਂ ਸੀ ਕਿ ਤਰਨ ਦਾ ਯਤਨ ਕੀਤਾ ਤੇ ਡੁੱਬ ਨਾ ਜਾਈਏ। ਪਰ ਜਦੋਂ ਸ਼ੈਲ ਨੌਜਵਾਨ ਜਿਹੜੇ ਲੜਕੇ ਸੀ ਉਹਨਾਂ ਨੇ ਹੀਆ ਕੀਤਾ, ਹੌਸਲਾ ਕੀਤਾ, ਛਾਲਾਂ ਮਾਰੀਆਂ, ਤਰ ਕੇ ਪਾਰ ਲੰਘ ਗਏ। ਉਹਨਾਂ ਨੂੰ ਪਾਰ ਲੰਘਦਿਆਂ ਵੇਖ ਕੇ ਨੌਜਵਾਨ ਬੀਬੀਆਂ ਨੂੰ ਉਤਸ਼ਾਹ ਆ ਗਿਆ ਕਿ ਅਸੀਂ ਵੀ ਨੌਜਵਾਨ ਹਾਂ, ਸਾਡੇ 'ਚ ਵੀ ਬਲ ਹੈ, ਅਸੀਂ ਵੀ ਪਾਰ ਲੰਘ ਸਕਦੀਆਂ। ਇਸੇ ਪ੍ਰਕਾਰ ਜਗਿਆਸੂ ਜਨਾਂ ਨੂੰ ਰੱਬ ਦੇ ਸੰਤਾਂ ਭਗਤਾਂ ਦੇ ਜੀਵਨ ਸਮਾਚਾਰ ਪੜ੍ਹ ਕੇ, ਸੁਣ ਕੇ, ਵੇਖ ਕੇ ਉਤਸ਼ਾਹ ਹਿਰਦਿਆਂ 'ਚ ਭਰਦਾ ਹੈ ਕਿ ਅਸੀਂ ਵੀ ਮਨੁੱਖ ਹਾਂ। ਪੰਜਾਂ ਤੱਤਾਂ ਦੇ ਉਹਨਾਂ ਦੇ ਸਰੀਰ ਸੀ, ਪੰਜਾਂ ਤੱਤਾਂ ਦੇ ਸਾਡੇ। ਔਰ ਜਿਸ ਰਸਤੇ ਤੇ ਚੱਲੇ, ਜਿਵੇਂ ਉਹਨਾਂ ਨੇ ਸੇਵਾ ਸਿਮਰਨ ਬੰਦਗੀ ਕਮਾਈ ਕੀਤੀ ਅਤੇ ਪੂਰਨ ਪਦ ਤੇ ਪਹੁੰਚੇ, ਮੰਜ਼ਿਲ ਹਾਸਲ ਕੀਤੀ, ਆਪਣਾ ਜੀਵਨ ਸਫਲਾ ਕੀਤਾ, ਔਰ ਉਹਨਾਂ ਦੀ ਸੰਗਤ ਦੁਆਰਾ ਹੋਰ ਅਨੇਕਾਂ ਲੋਕ ਪਰਮਾਰਥਕ ਬਣੇ। ਉਹਨਾਂ ਨੇ ਭੈੜੀਆਂ ਕਰਤੂਤਾਂ ਛੱਡੀਆਂ, ਨਸ਼ੇ ਆਦਿਕ ਤਿਆਗੇ, ਕਾਮ ਕ੍ਰੋਧ ਮੋਹ ਲੋਭ ਹੰਕਾਰ ਦੇ ਪ੍ਰਭਾਵ ਤੋਂ ਬਚ ਕੇ ਇੰਜ ਸੰਸਾਰ ਸਮੁੰਦਰ ਤੋਂ ਹੋਰ ਵੀ ਪਾਰ ਲੰਘੇ। ਤੇ ਜਦੋਂ ਉਹਨਾਂ ਗੁਰਮੁਖ ਪਿਆਰਿਆਂ ਦੇ ਜੀਵਨ ਸਮਾਚਾਰ ਪੜਚੋਲੇ ਜਾਂਦੇ, ਵਿਚਾਰੇ ਜਾਂਦੇ, ਸੁਣਾਏ ਜਾਂਦੇ ਹਨ, ਤਾਂ ਫਿਰ ਸਾਡਿਆਂ ਵੀ ਮਨਾਂ ਤੇ ਕੁਛ ਪ੍ਰਭਾਵ ਪੈਂਦਾ ਤੇ ਅਸੀਂ ਵੀ, ਸਾਡੇ ਵਿੱਚੋਂ ਵੀ ਕੁਛ ਲੋਕ ਉਸ ਮਾਰਗ ਦੇ ਪਾਂਧੀ ਬਣ ਜਾਂਦੇ। ਰੱਬ ਦੇ ਪਿਆਰਿਆਂ ਦਾ ਜੀਵਨ ਰੌਸ਼ਨ ਮਨਾਰਾ ਹੁੰਦਾ। ਜਿਸ ਤਰ੍ਹਾਂ ਸਮੁੰਦਰ ਵਿੱਚ ਜਿਹੜੇ ਸ਼ਿਪ ਹਨ, ਬੇੜੇ ਤਰਦੇ ਪਏ ਨੇ, ਸੋ ਉਹ ਜਿਹੜੇ ਬੰਦਰਗਾਹਾਂ ਤੇ ਮੀਨਾਰ ਹਨ, ਰੌਸ਼ਨ ਮੀਨਾਰ, ਉਹਨਾਂ ਦੀ ਸਹਾਇਤਾ ਨਾਲ ਬੰਨੇ ਲੱਗਦੇ ਨੇ। ਇਸ ਪ੍ਰਕਾਰ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਕੀਤਾ ਹੈ, ਸੰਸਾਰ ਤੋਂ ਸਫਲ ਕਰਕੇ ਗਏ ਨੇ, ਸਫਲ 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 ਭਈ ਸਫਲ ਯਾਤਰਾ, ਜਿਨ੍ਹਾਂ ਨੇ ਜੀਵਨ ਦੀ ਯਾਤਰਾ ਸਫਲੀ ਕਰਕੇ ਮੰਜ਼ਿਲ ਮਾਰ ਲਈ ਹੈ, ਉਹ ਇਸ ਦੁਨੀਆ ਤੋਂ ਚਲੇ ਵੀ ਜਾਣ, ਸਾਡੀਆਂ ਅੱਖਾਂ ਤੋਂ ਅਲੋਪ ਵੀ ਹੋ ਜਾਣ, ਤਾਂ ਉਹਨਾਂ ਦੇ ਜੀਵਨ ਸਮਾਚਾਰ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀ ਰਹਿਨੁਮਾਈ ਕਰਦੇ ਹਨ, ਮਾਰਗ ਦਰਸ਼ਨ ਕਰਦੇ ਹਨ। ਇਸ ਵਿਚਾਰ ਦੇ ਤਹਿਤ ਦਾਸ ਕੁਛ ਬੇਨਤੀਆਂ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਕਰਨ ਲੱਗਾ। ਅਸੀਂ ਗੁਰੂ ਮਹਾਰਾਜ ਜੀ ਦੇ ਸਿੱਖ ਅਖਵਾਉਂਦੇ ਹਾਂ, 10 ਸਤਿਗੁਰਾਂ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। ਤੇ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਪਵਿੱਤਰ ਮੁਬਾਰਕ ਰਸਨਾ ਤੋਂ, ਪਵਿੱਤਰ ਬਾਣੀ ਵਿੱਚ ਸਾਨੂੰ ਰਹਿਨੁਮਾਈ ਕੀਤੀ, ਜਾਣਕਾਰੀ ਦਿੱਤੀ ਹੈ ਕਿ ਅਕਾਲ ਪੁਰਖ ਪਰਮਾਤਮਾ ਉਸਤਤ ਕਰਨ ਯੋਗ ਹੈ, ਵਡਿਆਈ ਕਰਨ ਯੋਗ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਵਡਿਆਈ ਕਰਨ ਯੋਗ ਹਨ। ਅਤੇ ਤੀਸਰੇ ਉਹ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਗੁਰਾਂ ਦਾ ਉਪਦੇਸ਼ ਕਮਾਇਆ ਹੈ। ਉਪਦੇਸ਼ ਨੂੰ ਪ੍ਰੈਕਟੀਕਲ ਰੂਪ ਦੇ ਕੇ, ਅਮਲੀ ਜੀਵਨ ਬਤੀਤ ਕਰਕੇ ਆਪਣੇ ਜੀਵਨ ਸਫਲ ਕੀਤੇ ਹਨ। ਉਹਨਾਂ ਗੁਰਮੁਖ ਪਿਆਰਿਆਂ ਦੀ ਵਡਿਆਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਹੈ। ਬੇਅੰਤ ਬਚਨ ਹਨ ਸਤਿਗੁਰੂ ਮਹਾਰਾਜ ਜੀ ਦੇ। ਹਾਂ, ਇੰਨੀ ਗੱਲ ਵੀ ਸਮਝਣ ਵਾਲੀ ਹੈ ਕਿ ਜਿਵੇਂ ਸੋਨਾ ਮਹਿੰਗੀ ਧਾਤ ਹੈ ਤੇ ਉਸ ਦੀ ਨਕਲ ਵੀ ਤਿਆਰ ਹੋਈ ਹੈ। ਸੋਨਾ ਬਹੁਤ ਮਹਿੰਗੀ ਧਾਤ ਹੈ, ਤਾਂ ਕਰਕੇ ਨਕਲੀ ਗਹਿਣੇ ਬਣਾ ਕੇ, ਸੋਨਾ ਬਣਾ ਕੇ ਪੇਸ਼ ਕੀਤੇ ਜਾਂਦੇ ਨੇ ਵਿਖਾਵੇ ਦੇ ਤੌਰ ਤੇ। ਪਰ ਸਿਆਣੇ ਲੋਕ, ਸੁਨਿਆਰੇ ਲੋਕ, ਉਸ ਪਿੱਤਲ ਦੇ ਬਣੇ ਗਹਿਣੇ ਜਿਨ੍ਹਾਂ ਤੇ ਸੋਨੇ ਵਰਗਾ ਰੰਗ ਫੇਰਿਆ ਹੁੰਦਾ, ਉਹ ਇੰਜ ਨਹੀਂ ਖਰੀਦ ਲੈਂਦੇ, ਪਹਿਲਾਂ ਕਸਵੱਟੀ ਤੇ ਲਾ ਕੇ ਪਰਖਦੇ ਨੇ। ਤੇ ਜੇ ਅਸਲੀ ਸੋਨਾ ਫਿਰ ਉਹ ਖਰੀਦ ਲੈਂਦੇ ਨੇ। ਜੇ ਸੋਨੇ ਦੇ ਨਕਲੀ ਗਹਿਣੇ ਵਿਖਾਏ ਜਾਣ ਤੇ ਉਹ ਖਰੀਦਣਗੇ ਨਹੀਂ, ਉਹਨਾਂ ਦੀ ਕੀਮਤ ਨਹੀਂ ਪੈਂਦੀ। ਇਸੇ ਪ੍ਰਕਾਰ ਹੀਰੇ ਜੋ ਹਨ ਬਹੁਤ ਜ਼ਿਆਦਾ ਮਹਿੰਗੇ ਨੇ, ਬਹੁਤ ਜ਼ਿਆਦਾ ਕੀਮਤ ਉਹਨਾਂ ਦੀ। ਇਸ ਕਰਕੇ ਉਹਨਾਂ ਦੇ ਵੀ ਜਿਹੜੇ ਨਕਲੀ ਹੀਰੇ ਨੇ ਬਣਾਏ ਜਾਂਦੇ ਉਹਨਾਂ ਵਰਗੇ। ਪਰ ਉਹ ਜੌਹਰੀ ਲੋਕਾਂ ਨੂੰ ਪਤਾ ਹੈ ਕਿ ਕਿਹੜਾ ਹੀਰਾ ਅਸਲੀ, ਕਿਹੜਾ ਨਕਲੀ। ਸੋ ਕੁਝ ਕਸਵੱਟੀ ਹੁੰਦੀ ਹੈ ਨਾ, ਕੋਈ ਤਰੀਕਾ ਹੁੰਦਾ ਪਰਖਣ ਦਾ। ਜਾਂਚ ਪਰਖ ਕੇ ਪਹਿਲਾਂ ਵਸਤ ਸਿਆਣ ਕੇ ਤਾਂ ਕੀਚੈ ਵਪਾਰ। ਤੇ ਜੇ ਹੁਣ ਕਹੀਏ ਭਈ ਨਕਲੀ ਗਹਿਣੇ ਬਣਦੇ ਇਸ ਕਰਕੇ ਸੋਨਾ ਹੁੰਦਾ ਹੀ ਨਹੀਂ, ਸਾਰੇ ਨਕਲੀ, ਇੰਜ ਤਾਂ ਨਹੀਂ। ਭਾਈ ਜਿਹੜੇ ਫਟਕ ਹਨ ਬਲੌਰ ਕੱਚ ਦੇ, ਇਹ ਹੀਰਿਆਂ ਵਰਗੇ ਦਿਸਦੇ ਨੇ, ਕੀ ਪਤਾ ਅਸਲੀ ਹੀਰਾ ਹੋਵੇ ਹੀ ਨਾ। ਨਹੀਂ, ਐਸਾ ਨਹੀਂ ਹੈ। ਜਿਹੜੀਆਂ ਚੀਜ਼ਾਂ ਸਸਤੀਆਂ ਹਨ ਉਹਨਾਂ ਦੀ ਨਕਲ ਕਰਨ ਦੀ ਲੋੜ ਨਹੀਂ ਪੈਂਦੀ। ਲੋਹੇ ਵਰਗਾ ਬਨੌਟੀ ਲੋਹਾ ਤੇ ਬਣਾਉਂਦਾ ਹੀ ਕੋਈ ਨਹੀਂ। ਸੋਨੇ ਵਰਗੇ ਨਕਲੀ ਗਹਿਣੇ ਲੋਕ ਬਣਾਉਂਦੇ ਨੇ, ਹੀਰਿਆਂ ਵਰਗੇ ਨਕਲੀ ਗਹਿਣੇ ਬਣਾਉਂਦੇ, ਕਿਉਂਕਿ ਹੀਰੇ ਦੀ ਕੀਮਤ ਬਹੁਤ ਹੈ, ਸੋਨੇ ਦੀ ਕੀਮਤ ਬਹੁਤ ਹੈ। ਇਸੇ ਪ੍ਰਕਾਰ ਜਿਹੜਾ ਰੱਬ ਦਾ ਸਾਧੂ ਹੈ, ਵਾਹਿਗੁਰੂ ਜੀ ਦੀ ਪ੍ਰਾਪਤੀ ਜਿਸ ਨੇ ਕੀਤੀ ਹੈ,
ਉਸ ਦਾ ਆਦਰ ਮਾਣ ਪ੍ਰਮਾਤਮਾ ਸੰਸਾਰ ਵਿੱਚ ਕਰਾਉਂਦਾ ਹੈ। ਜਿਵੇਂ ਹਜ਼ੂਰ ਦੇ ਸ਼੍ਰੀ ਮੁਖ ਵਾਗ ਵਚਨ ਹਨ, ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ, ਤਿਉ ਨਾਨਕ ਸਾਧ ਜਨਾ ਆਣ ਜਗਤ ਸਭ ਪੈਰੀ ਪਾਏ। ਪਰਮਾਤਮਾ ਸਾਰੇ ਜਗਤ ਨੂੰ ਸਾਧੂ ਦੇ ਚਰਨਾਂ ਤੇ ਝੁਕਾਉਂਦਾ ਹੈ, ਤੇ ਇਸ ਵਾਸਤੇ ਲੋਕਾਂ ਦੀਆਂ ਨਜ਼ਰਾਂ ਨੂੰ ਭੁਲੇਖਾ ਪਾਉਣ ਵਾਸਤੇ ਉਹੋ ਜਿਹਾ ਲਿਬਾਸ ਧਾਰ ਲੈਣਾ, ਭੇਖ ਧਾਰ ਲੈਣਾ ਕਿ ਲੋਕ ਮੈਨੂੰ ਵੀ ਸੰਤ ਜਾਣ ਕੇ ਪੂਜਣ। ਠੱਗ ਲੋਕ ਵੀ ਸੰਸਾਰ ਤੇ ਐਸੇ ਲਿਬਾਸੀ ਲੋਕ ਵੀ ਬਹੁਤ ਨੇ ਪਹਿਲਾਂ ਤੋਂ ਹੀ ਲੈ ਕੇ। ਇਸ ਵਾਸਤੇ ਜੋ ਜਗਿਆਸੂ ਜਨ ਹੈ, ਜਿਸ ਨੇ ਸਾਧੂ ਸੰਤ ਗੁਰਮੁਖ ਦੀ ਸੰਗਤ ਕਰਨੀ ਜਾਂ ਕੋਈ ਮਾਰਗ ਪ੍ਰਾਪਤ ਕਰਨਾ ਹੈ, ਤੇ ਉਹਨਾਂ ਰੱਬ ਦੇ ਪਿਆਰਿਆਂ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਨਾ, ਸਿੱਧ ਲੈਣੀ, ਤੇ ਉਹ ਅਸਲੀ ਜਿਹੜੇ ਸੰਤ ਨੇ, ਰੱਬ ਦੇ ਪਿਆਰੇ ਹਨ, ਉਹਨਾਂ ਦੇ ਜੀਵਨ ਸਮਾਚਾਰ ਹੀ ਪੜ੍ਹ ਕੇ, ਸੁਣ ਕੇ, ਅੱਖੀਂ ਵੇਖ ਕੇ, ਤੇ ਫਿਰ ਉਸ ਮਾਰਗ ਤੇ ਉਹ ਚੱਲ ਸਕਦਾ ਹੈ। ਸੋ ਇਸ ਵਾਸਤੇ ਇੰਨੀ ਕੁ ਸਿਆਣਪ ਗੁਰੂ ਕੀ ਬਾਣੀ ਦੁਆਰਾ ਜ਼ਰੂਰ ਸਾਨੂੰ ਹਾਸਲ ਕਰਨੀ ਚਾਹੀਦੀ। ਜਿਵੇਂ ਫਰੀਦ ਜੀ ਨੇ ਕਿਹਾ, ਫਰੀਦਾ ਮੈਂ ਜਾਣਿਆ ਵੱਡ ਹੰਸ ਹੈ, ਤਾਂ ਮੈਂ ਕੀਆ ਸੰਗ, ਜੇ ਜਾਣਾ ਬੱਗ ਬੱਪੜਾ ਜਨਮ ਨਾ ਭੇੜੀਆ। ਮੈਂ ਤਾਂ ਜਾਣਿਆ ਵੱਡਾ ਹੰਸ ਹੈ, ਤਾਂ ਮੈਂ ਸੰਗ ਕਰ ਬੈਠਾ, ਤੇ ਜੇ ਮੈਂ ਜਾਣਦਾ ਵੀ ਇਹ ਤੁਛ ਵਿਚਾਰਾ ਬਗਲਾ ਹੀ ਹੈ, ਤਾਂ ਬਿਲਕੁਲ ਨੇੜੇ ਨਾ ਟੁੱਕਦੇ। ਜਨਮ ਨਾ ਭੇੜੀਆ, ਜਨਮ ਤੋਂ ਲੈ ਕੇ ਆਖਰ ਸਵਾਸਾਂ ਤੱਕ ਮੈਂ ਆਪਣਾ ਅੰਗ ਸਰੀਰ ਨਾਲ ਨਾ ਲੱਗਣ ਦਿੰਦਾ, ਭਾਵ ਸੰਗਤ ਨਾ ਕਰਦਾ। ਸੋ ਇਸ ਪ੍ਰਕਾਰ ਇਉਂ ਭੇਖ ਵੀ ਸੰਸਾਰ ਵਿੱਚ ਬਹੁਤ ਹੈ, ਬਨਾਵਟ ਵੀ ਬਹੁਤ ਹੈ, ਅਸਲੀਅਤ ਘੱਟ ਹੈ ਭਾਵੇਂ ਇਸ ਜ਼ਮਾਨੇ ਵਿੱਚ, ਪਰ ਅਸਲੀਅਤ ਵੀ ਹੈ। ਮਨੋ ਤਨੋਂ ਜਿਹੜੇ ਹੋ ਕੇ ਸਤਿਗੁਰੂ ਦੇ ਆਸਰੇ ਹੋ ਕੇ ਨਾਮ ਬਾਣੀ ਸੇਵਾ ਸਿਮਰਨ ਦੁਆਰਾ ਉੱਚਾ ਸੁੱਚਾ ਜੀਵਨ ਬਣਾ ਕੇ ਔਰ ਪੰਥ ਦੀ ਸੇਵਾ ਕਰਕੇ ਸੰਸਾਰ ਤੋਂ ਜਾਂਦੇ ਨੇ, ਉਹਨਾਂ ਦੀ ਉਸਤਤ ਕਰਨੀ ਬਣਦੀ। ਉਹਨਾਂ ਨੂੰ ਗੁਰਮੁਖ ਕਹਿ ਲਿਆ ਜਾਏ, ਸਾਧੂ ਕਹਿ ਲਿਆ ਜਾਏ, ਸੰਤ ਕਹਿ ਲਿਆ ਜਾਏ, ਇਹ ਸਤਿਕਾਰਵਾਚਕ ਸ਼ਬਦ ਨੇ। ਹਾਂ, ਇੰਨੀ ਗੱਲ ਜ਼ਰੂਰ ਕਿ 10 ਸਤਿਗੁਰਾਂ ਦੇ ਸਮੇਂ ਕਿਸੇ ਵੀ ਸਿੱਖ ਨੂੰ ਸੰਤ ਜਾਂ ਹੋਰ ਕੁਛ ਬਹੁਤ ਘੱਟ ਕਿਹਾ ਜਾਂਦਾ ਸੀ। ਜ਼ਿਆਦਾ ਸ਼ਬਦ ਪ੍ਰਚਲਿਤ ਹੋਏ ਨੇ ਭਾਈ ਸਾਹਿਬ ਤੇ ਬਾਬਾ ਜੀ। ਜਿਵੇਂ ਬਾਬਾ ਬੁੱਢਾ ਜੀ, ਬਾਬਾ ਦੀਪ ਸਿੰਘ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ, ਗੱਲ ਵੱਖਰੀ ਹੈ। ਤੇ ਜਿਹੜਾ ਅਸਲੀ ਸੰਤ ਹੁੰਦਾ ਉਹਨੂੰ ਭਾਵੇਂ ਭਾਈ ਸਾਹਿਬ ਕਹੋ, ਭਾਵੇਂ ਬਾਬਾ ਜੀ ਕਹਿ ਦਿਓ, ਭਾਵੇਂ ਕੁਛ ਵੀ ਨਾ ਕਹੋ, ਉਹਦਾ ਨਾਮ ਵੀ ਲੈ ਦਿਓ, ਉਹਨੂੰ ਗੁੱਸਾ ਨਹੀਂ ਲੱਗੇਗਾ। ਪਰ ਜਿਹੜਾ ਬਨੌਟੀ ਹੈ, ਜੋ ਸੰਤ ਕਹਾਉਣਾ ਚਾਹੁੰਦਾ, ਉਹਨੂੰ ਗੁੱਸਾ ਲੱਗਦਾ ਜੇ ਉਹਨੂੰ ਸੰਤ ਨਾ ਕਿਹਾ ਜਾਏਗਾ। ਅਜਿਹੇ ਵਾਕਿਆਤ ਮਹਾਂਪੁਰਸ਼ਾਂ ਦੇ ਨਾਲ ਰਹਿੰਦਿਆਂ ਅਸੀਂ ਅੱਖੀਂ ਤੱਕੇ ਹਾਂ। ਤੇ ਜਿਹੜੇ ਬਨੌਟੀ ਲੋਕ ਨੇ ਉਹ ਗੁੱਸਾ ਕਰਦੇ ਨੇ ਵੀ ਸਾਨੂੰ ਸੰਤ ਕਿਉਂ ਨਹੀਂ ਕਿਹਾ, ਸਾਨੂੰ ਵਡਿਆਈ ਕਿਉਂ ਨਹੀਂ ਦਿੱਤੀ, ਸਾਡਾ ਸਤਿਕਾਰ ਕਿਉਂ ਨਹੀਂ ਦਿੱਤਾ, ਸਾਨੂੰ ਸਤਿਕਾਰ ਕਿਉਂ ਨਹੀਂ ਦਿੱਤਾ, ਸਤਿਕਾਰ ਕਿਉਂ ਨਹੀਂ ਕੀਤਾ। ਪਰ ਜੋ ਅਸਲੀ ਰੱਬ ਦਾ ਪਿਆਰਾ ਹੈ, ਉਹਨੂੰ ਵਡਿਆਈ ਦੀ ਭੁੱਖ ਨਹੀਂ ਹੈ। ਉਹ ਸਤਿਗੁਰੂ ਦੇ ਇਹਨਾਂ ਬਚਨਾਂ ਨੂੰ ਨੇ ਕਮਾਇਆ ਕਿ ਲੋਕਨ ਕੀ ਵਡਿਆਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਲੋਕਨ ਕੀਆਂ ਵਡਿਆਈਆਂ ਬੈ ਸੰਤਰ ਪਾਗੋ, ਜੋ ਮਿਲੇ ਪਿਆਰਾ ਆਪਣਾ ਤਾਂ ਬੋਲ ਕਰਾਗੋ। ਮਾਰੇ ਕਹਿੰਦੇ ਲੋਕਾਂ ਵੱਲੋਂ ਮਿਲੀਆਂ ਵਡਿਆਈਆਂ ਅੱਗ 'ਚ ਪਾ ਕੇ ਸਾੜ ਦਿਆਂ। ਲੋਕਨ ਕੀ ਵਡਿਆਈ ਉਪਮਾ ਤੇ ਬੈ ਸੰਤਰ ਜਾਰ, ਅੱਗ 'ਚ ਪਾ ਕੇ ਸਾੜ ਦੇ। ਇਹ ਲੋਕ ਜੋ ਵਡਿਆਈ ਕਰਦੇ ਨੇ ਨਾਲ ਨਿਭਣ ਵਾਲੀ ਨਹੀਂ ਹੈ। ਸ਼ੋਹਰਤ ਨਾਲ ਨਹੀਂ ਜਾਂਦੀ। ਆਪਣੇ ਆਪ ਨੂੰ, ਸਰੀਰ ਨੂੰ ਪੂਜਾ ਕਰਾਉਣੀ, ਵਡਿਆਉਣਾ, ਇਹ ਮੂਰਖਤਾ ਹੀ ਹੈ। ਉਪਮਾ ਵਾਹਿਗੁਰੂ ਦੀ, ਅਕਾਲ ਪੁਰਖ ਦੀ ਕਰਨੀ, ਉਸ ਦੇ ਨਾਮ ਵਿੱਚ ਜੁੜੇ ਰਹਿਣਾ, ਆਪਣੇ ਆਪ ਨੂੰ ਤੁੱਛ ਸਮਝਣਾ, ਆਪਣਾ ਆਪ ਨਿਸ਼ਾਵਰ ਕਰ ਦੇਣਾ। ਯਥਾਰਥ ਰੂਪ ਵਿੱਚ ਅੰਦਰ ਨਿਮਰਤਾ, ਗਰੀਬੀ ਹੋਣੀ, ਇਹ ਸਾਧੂਆਂ ਦਾ ਗਹਿਣਾ ਹੈ। ਸੋ ਰਹੋ ਵਿਚਾਰ, ਸਤਿਗੁਰੂ ਮਹਾਰਾਜ ਨੇ ਜੋ ਪਵਿੱਤਰ ਮੁਬਾਰਕ ਬਚਨ ਰੱਬ ਦੇ ਪਿਆਰਿਆਂ ਸਾਧੂਆਂ ਦੀ ਮਹਿਮਾ ਵਿੱਚ ਕਹੇ ਹਨ, ਉਹਨਾਂ ਵਿੱਚੋਂ ਕੁਝ ਬਚਨ ਸਤਿਗੁਰੂ ਮਹਾਰਾਜ ਜੀ ਦੀ ਆਪ ਸੰਗਤ ਨਾਲ ਪਹਿਲਾਂ ਸਾਂਝੇ ਕਰਾਂ ਕਿ ਰੱਬ ਦੇ ਪਿਆਰਿਆਂ ਦੀ ਸਤਿਗੁਰਾਂ ਨੇ ਕਿੰਨੀ ਕੁ ਵਡਿਆਈ ਕੀਤੀ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕੀਤਾ, ਜਾਤ ਕੁਲੀਨ ਸੇਵਕ ਜੇ ਹੋਏ। ਕੁਲੀਨ ਜਾਤ, ਉੱਚੀ ਜਾਤ। ਸੋ ਬਹੁਤ ਮਸ਼ਹੂਰ ਵਡਿਆਈ ਵਾਲੀ ਜਾਤ ਵਿੱਚ ਜੇ ਕੋਈ ਵਾਹਿਗੁਰੂ ਦਾ ਸੇਵਕ ਪੈਦਾ ਹੋਵੇ, ਤਾਂ ਕਾ ਕਹਿਣਾ ਕਹੋ ਨਾ ਕੋਈ। ਉਹਦਾ ਤਾਂ ਭਾਈ ਕੀ ਕਹਿਣਾ ਦੱਸਣ, ਆਦੀ ਵਡਿਆਈ ਕੀ ਕਰਨੀ, ਪਹਿਲਾਂ ਹੀ ਸਤਿਕਾਰਯੋਗ ਕੋਲ ਹੈ, ਉਸ ਦੀ ਜਾਤ ਉੱਚੀ। ਪਰ ਹਜ਼ੂਰ ਕਹਿੰਦੇ ਨੇ ਉਹਨਾਂ ਦੀ ਤਾਂ ਕੀ ਗੱਲ ਕਰਨੀ ਹੈ, ਸਾਡੀ ਇਹ ਭਾਵਨਾ ਹੈ ਕਿ ਵਿੱਚ ਸਨਾਤੀ ਸੇਵਕ ਹੋਏ। ਸਨਾਤ ਬਹੁਤ ਨੀਵੀਂ ਜਾਤ ਮੰਨੀ,
ਨੀਚ ਜਾਤ ਮੰਨੀ ਆ, ਚੰਡਾਲ ਵੀ ਉਹਨਾਂ ਤੋਂ ਨਫ਼ਰਤ ਕਰਦੇ, ਐਸੀ ਸਨਾਤ ਜਾਤੀ ਮੰਨੀ। ਹਿੰਦੁਸਤਾਨ ਦੇ ਅੰਦਰ ਜਾਤੀ ਪ੍ਰਥਾ ਬਹੁਤ ਹਨ, ਜਾਤੀਵਾਦ ਬਹੁਤ ਹੈ। ਹਜ਼ੂਰ ਕਹਿੰਦੇ ਨੇ ਸਾਡੀ ਇਹ ਭਾਵਨਾ ਹੈ ਕਿ ਜੇ ਸਨਾਤਾਂ ਦੇ ਘਰ ਵਿੱਚ ਵੀ ਕੋਈ ਵਾਹਿਗੁਰੂ ਦਾ ਪਿਆਰਾ ਪੈਦਾ ਹੋ ਜਾਏ, ਸੰਤ ਹੋਵੇ, ਭਗਤ ਹੋਵੇ, ਰੱਬ ਦੀ ਬੰਦਗੀ ਕਰਨ ਵਾਲਾ, ਨਾਨਕ ਪਣੀਆਂ ਪਹਿਰੈ ਸੋਏ, ਅਸੀਂ ਆਪਣੇ ਆਪ ਨੂੰ ਜੁੱਤੀ ਬਣਾ ਦਈਏ ਤੇ ਉਹ ਪੈਰਾਂ 'ਚ ਪਾ ਕੇ ਪਹਿਨ ਲਵੇ, ਪੈਰਾਂ 'ਚ ਧਾਰਨ ਕਰ ਲਵੇ। ਅਸੀਂ ਉਹਦੇ ਪੈਰੀਂ ਲੱਗਣ ਨੂੰ ਤਿਆਰ ਹਾਂ, ਜੁੱਤੀ ਬਣਨ ਨੂੰ ਤਿਆਰ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਗੱਲ ਕਹੀ ਹੈ। ਇਹ ਵੀ ਬਚਨ ਕੀਤੇ, ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀ ਲੈ ਪਾਵੈ। ਸੰਤਾਂ ਦੇ ਪੈਰੀ ਮਹਾਰਾਜ ਮੈਨੂੰ ਪਾ ਦਿਓ। ਹਉ ਕਾਟਾਂ ਕਾਟ ਬਾੜ ਸਿਰ ਰਾਖਾਂ, ਜਿਤ ਨਾਨਕ ਸੰਤ ਚੜ੍ਹਿਆ। ਮੈਂ ਆਪਣਾ ਸਿਰ ਕੱਟਾਂ, ਕੱਟ ਵੱਢ ਕੇ ਉਹਦੇ ਕਦਮਾਂ ਥੱਲੇ ਵਿਛਾ ਦਿਆਂ, ਜਿੱਧਰ ਦੀ ਸੰਤ ਜੀ ਨੇ ਚੜ੍ਹ ਕੇ ਆਉਣਾ। ਸੋ ਇਸ ਪ੍ਰਕਾਰ ਦੇ ਸ਼ਰਧਾ ਵਾਲੇ ਬਚਨ ਸਾਨੂੰ ਸਮਝਾਏ ਨੇ ਕਿ ਰੱਬ ਦੇ ਸਾਧੂਆਂ ਦਾ ਮਨ ਅੰਦਰ ਸਤਿਕਾਰ ਅਦਬ ਰੱਖਣਾ ਹੈ। ਜੇ ਆਪ ਸਿਮਰਨ ਭਜਨ ਕਰਦੇ ਹੋ, ਸਿੱਖੀ ਕਮਾ ਰਹੇ ਹੋ, ਪਰ ਹੰਕਾਰ ਨਹੀਂ ਰੱਖਣਾ। ਹੋਰਨਾਂ ਗੁਰਸਿੱਖਾਂ ਗੁਰਮੁਖ ਪਿਆਰਿਆਂ ਦੇ ਪ੍ਰਤੀ ਭਾਵਨਾ ਰੱਖਣੀ, ਅੰਦਰ ਨਿਮਰਤਾ ਧਾਰਨ ਕਰਕੇ ਰੱਖਣੀ ਹੈ, ਆਪਣੇ ਆਪ ਨੂੰ ਵੱਡਾ ਨਹੀਂ ਸਮਝਣਾ। ਤੇ ਫਿਰ ਜੋ ਲੱਛਣ ਦੱਸੇ ਨੇ ਸਤਿਗੁਰੂ ਮਹਾਰਾਜ ਨੇ, ਜੋ ਉਹਨਾਂ ਦੇ ਗੁਣ ਦੱਸੇ ਨੇ, ਰੱਬ ਦੇ ਪਿਆਰਿਆਂ ਨੇ ਪ੍ਰਮਾਤਮਾ ਨਾਲ ਜੁੜਨ ਕਰਕੇ ਪ੍ਰਮਾਤਮਾ ਵਰਗੇ ਗੁਣ ਉਹਨਾਂ 'ਚ ਆ ਜਾਂਦੇ। ਸਹਿਣਸ਼ੀਲਤਾ, ਦਇਆ, ਖਿਮਾ, ਇਹ ਸਾਰੇ ਗੁਣ ਪ੍ਰਮਾਤਮਾ ਅੰਦਰ ਨੇ। ਪ੍ਰਮਾਤਮਾ ਦਾ ਜਿਗਰਾ ਬਹੁਤ ਵੱਡਾ, ਬਹੁਤ ਗਹਿਰ ਗੰਭੀਰ ਹੈ ਵਾਹਿਗੁਰੂ। ਸੋ ਗਹਿਰ ਗੰਭੀਰਾ ਗੌਹਰ ਜੀਓ। ਔਰ ਇਸੇ ਪ੍ਰਕਾਰ ਰੱਬ ਦਾ ਸੰਤ ਵੀ ਪ੍ਰਮਾਤਮਾ ਨਾਲ ਜੁੜਨ ਕਰਕੇ ਬਹੁਤ ਗੰਭੀਰ ਨਿਰਹਲ ਹਿਰਦੇ ਵਾਲਾ ਹੋ ਜਾਂਦਾ। ਅਨੇਕਾਂ ਗੁਣ ਰੱਬ ਦੇ ਸੰਤਾਂ ਵਿੱਚ ਨੇ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਗੁਰੂ ਅਰਜਨ ਦੇਵ ਮਹਾਰਾਜ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਰੱਬ ਦੇ ਸੰਤ ਦੇ ਲੱਛਣ ਦੱਸ ਰਹੇ ਨੇ ਭਈ ਪਰਮਾਤਮਾ ਦੇ ਨਾਮ ਦਾ ਮੰਤਰ ਹੀ ਉਹ ਜਪਦਾ ਹੈ। ਮੰਤਰ ਨਾਮ ਉਪਦੇਸ਼ ਦਾ ਵੀ ਇਹੀ ਉਪਦੇਸ਼ ਲੋਕਾਂ ਨੂੰ ਦਿੰਦਾ। ਮੰਤਰੰ ਰਾਮ ਰਾਮ ਨਾਮੰ, ਹੋਰ ਕਿਸੇ ਭੂਤ ਪ੍ਰੇਤ ਨੂੰ ਵਸ ਕਰਨ ਲਈ ਜਾਂ ਕਿਸੇ ਹੋਰ ਦਾ ਮੰਤਰ, ਕਿਸੇ ਦੇਵਤੇ ਦੀ ਆਰਾਧਨਾ ਨਹੀਂ, ਕੇਵਲ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਮੰਤਰ ਉਹਦੇ ਮੁਖ ਵਿੱਚ ਹੁੰਦਾ, ਹਿਰਦੇ 'ਚ ਹੁੰਦਾ। ਤੇ ਉਹਦਾ ਧਿਆਨ ਜਿਹੜਾ ਨਾ, ਉਸ ਦੇ ਧਿਆਨ ਵਿੱਚ ਸੁਰਤੀ ਜਿਹੜਾ ਧਿਆਨ ਹੈ ਉਹ ਸਰਬੱਤਰ ਪੂਰਨ ਹੈ। ਸਰਬੱਤਰ ਸਾਰਿਆਂ ਥਾਵਾਂ ਤੇ ਪੂਰਨ ਪਰਮਾਤਮਾ ਨੂੰ ਹੀ ਨਿਸ਼ਚੈ ਕਰਦਾ। ਉਹਦੇ ਧਿਆਨ ਵਿੱਚ ਸਾਰੇ ਪਾਸੇ ਪਰਮਾਤਮਾ ਹੀ ਪਸਰਿਆ। ਧਿਆਨੰ ਸਰਬੱਤਰ ਪੂਰਨ ਹੈ। ਫਿਰ ਹਜ਼ੂਰ ਕਹਿੰਦੇ ਨੇ ਗਿਆਨੰ ਸਮ ਦੁੱਖ ਸੁਖੰ, ਜੋ ਉਹਦੇ ਅੰਦਰ ਗਿਆਨ, ਅਨੁਭਵੀ ਗਿਆਨ ਪ੍ਰਗਟ ਹੋਇਆ, ਉਸ ਗਿਆਨ ਵਿੱਚ ਫਰਕ ਨਹੀਂ ਪੈਂਦਾ ਦੁੱਖ ਦੇ ਵੇਲੇ ਤੇ ਸੁੱਖ ਦੇ ਵੇਲੇ। ਸੰਸਾਰੀਆਂ ਦੀ ਅਵਸਥਾ ਹੈ, ਜਦੋਂ ਦੁੱਖ ਆਉਂਦਾ ਉਦੋਂ ਘਬਰਾਉਂਦੇ ਹਨ, ਜਦੋਂ ਸੁੱਖ ਮਿਲਦਾ ਤੇ ਖੁਸ਼ੀ ਵਿੱਚ ਖੀਵੇ ਹੋ ਕੇ ਨੱਚਣ ਲੱਗ ਪੈਂਦੇ। ਸੋ ਅਵਸਥਾ ਬਦਲਦੀ ਹੈ। ਰੱਬ ਦੇ ਸੰਤ ਦੇ ਅੰਦਰ ਜੋ ਗਿਆਨ ਹੈ ਇੱਕ ਰਸ ਰਹਿੰਦਾ। ਦੁੱਖ ਤੇ ਸੁੱਖ ਦੇ ਵਿੱਚ ਗਿਆਨ ਇੱਕੋ ਜਿਹਾ ਰਹਿੰਦਾ। ਭਾਵੇਂ ਕੋ ਆਰੇ ਨਾਲ ਚੀਰ ਰਿਹਾ ਹੈ ਤਾਂ ਵੀ ਉਸ ਗਿਆਨ 'ਚ ਫਰਕ ਨਹੀਂ ਪਿਆ, ਭਾਵੇਂ ਦੁਸ਼ਾਲੇ ਭੇਟਾ ਹੋ ਰਹੇ ਨੇ ਤਾਂ ਵੀ ਕੋਈ ਫਰਕ ਨਹੀਂ। ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ, ਉਹਦੇ ਜੀਵਨ ਦੀ ਜੁਗਤੀ ਬੜੀ ਨਿਰਮਲ, ਉਜਲ, ਪਵਿੱਤਰ, ਵੈਰ ਤੋਂ ਰਹਿਤ। ਸੰਤ ਕਰੇ ਨਾ ਵੈਰ ਕਿਸ ਹੂ ਸੰਗ, ਵਰਤੈ ਸਭ ਕੇ ਹਿਤ ਮੈਂ ਅਤ ਹਿਤ। ਸੰਤ ਕਿਸੇ ਨਾਲ ਵੈਰ ਨਹੀਂ ਕਰਦਾ। ਪ੍ਰਮਾਤਮਾ ਨੂੰ ਵੀ ਨਿਰਵੈਰ ਕਿਹਾ ਸਤਿਗੁਰੂ ਨਾਨਕ ਦੇਵ ਜੀ, ਨਿਰਭਉ ਨਿਰਵੈਰ। ਇਸ ਪ੍ਰਕਾਰ ਜੁਗਤ ਨਿਰਮਲ ਨਿਰਵੈਰਣ। ਇਸੇ ਤਰ੍ਹਾਂ ਦਇਆਲੰ ਸਰਬੱਤਰ ਜੀਆ, ਪੰਚ ਦੋਖ ਵਿਵਰਜਿਤ। ਫਿਰ ਉਹਦਾ ਹਿਰਦਾ ਕਠੋਰ ਨਹੀਂ ਹੁੰਦਾ। ਦੇਖੋ, ਸੰਤ ਨੂੰ ਮੋਹ ਨਹੀਂ ਕਿਸੇ ਨਾਲ, ਪਰ ਹਿਰਦਾ ਦਇਆ ਦੇ ਨਾਲ ਭਰਪੂਰ ਹੈ। ਦਇਆਲੰ ਸਰਬੱਤਰ ਜੀਆ, ਰੱਬ ਦੀ ਅੰਸ਼ ਜਾਣ ਕੇ, ਰੱਬ ਦੇ ਜੀਵ ਜਾਣ ਕੇ ਸਾਰਿਆਂ ਦੇ ਉੱਪਰ ਉਹ ਦਇਆਵਾਨ ਹੁੰਦਾ, ਸਾਰਿਆਂ ਤੇ ਦਇਆ ਕਰਦਾ। ਪੰਜੇ ਜਿਹੜੇ ਦੋਸ਼ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਅਥਵਾ ਪੰਜੇ ਵਿਕਾਰ ਕਾਮ ਕ੍ਰੋਧ ਮੋਹ ਲੋਭ ਹੰਕਾਰ, ਇਹਨਾਂ ਨੂੰ ਆਪਣੇ ਮਨ ਵਿੱਚੋਂ ਵਿਵਰਜਿਤ ਕਰਕੇ ਰੱਖਦਾ, ਪਰੇ ਪਰੇ ਹੋੜ ਕੇ ਰੱਖਦਾ, ਰੋਕ ਕੇ ਰੱਖਦਾ, ਆਪਣੇ ਮਨ ਦੇ ਨੇੜੇ ਨਹੀਂ ਆਉਣ ਦਿੰਦਾ। ਮਨ ਨੂੰ ਇਧਰੋਂ ਨੇ ਜਿੱਤਿਆ ਹੋਇਆ। ਪੰਚ ਦੋਖ ਵਿਵਰਜਿਤ ਹੈ। ਭੋਜਨੰ ਗੋਪਾਲ ਕੀਰਤਨੰ, ਉਸ ਦੇ ਹਿਰਦੇ ਦਾ ਭੋਜਨ, ਰੁਚੀ ਜਿਹੜੀ ਭੋਜਨ ਵਿੱਚ, ਉਹ ਪਦਾਰਥਾਂ 'ਚ ਨਹੀਂ ਹੈ।
ਰਸਾਂ ਕਸਾਂ ਵਿੱਚ ਉਹ ਫਸਿਆ ਹੋਇਆ ਨਹੀਂ। ਇਹ ਨਹੀਂ ਵੀ ਭੋਜਨ ਨਹੀਂ ਛਕਦਾ, ਸਰੀਰ ਨੂੰ ਆਸਰਾ ਦੇਣ ਲਈ ਜਦੋਂ ਤੱਕ ਸਰੀਰ ਦੀ ਉਮਰ ਹੈ ਭੋਜਨ ਛਕਦਾ ਹੈ। ਪਰ ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਜੇ ਸਤਿਗੁਰ ਪੂਰਾ। ਮਨ ਦੀ ਰੁਚੀ ਪਦਾਰਥਾਂ ਨੂੰ ਖਾਣ ਵਿੱਚ ਨਹੀਂ ਹੈ, ਪਦਾਰਥਾਂ ਦੇ ਰਸ ਮਾਣਨ ਵਿੱਚ ਨਹੀਂ ਹੈ। ਉਹਦੇ ਮਨ ਦੀ ਖੁਰਾਕ ਗੋਪਾਲ ਪਰਮੇਸ਼ਰ ਅਕਾਲ ਪੁਰਖ ਦੇ ਭਜਨ ਦਾ ਹੀ ਭੋਜਨ ਹੈ। ਭੋਜਨੰ ਗੋਪਾਲ ਕੀਰਤਨੰ, ਰੱਬ ਦਾ ਜਸ ਹੀ ਉਹਨਾਂ ਦੀ ਆਤਮਿਕ ਖੁਰਾਕ ਹੈ। ਇਸ ਤੋਂ ਬਿਨਾਂ ਉਹ ਰਹਿ ਨਹੀਂ ਸਕਦੇ। ਭੋਜਨੰ ਗੋਪਾਲ ਕੀਰਤਨੰ, ਅਲਪ ਮਾਇਆ ਜਲ ਕਮਲ ਰਹਿਤਾ ਹੈ। ਅਲਪ ਜਿਹੜੀ ਤੁੱਛ ਮਾਇਆ ਹੈ, ਸੰਸਾਰ ਸਾਰਾ ਮਾਇਆ ਇਹਦੇ ਵਿੱਚ ਹੀ ਰਹਿੰਦੇ ਨੇ, ਪਰ ਇਸ ਮਾਇਆ ਨੂੰ ਆਪਣੇ ਅੰਦਰ ਨਹੀਂ ਵਸਣ ਦਿੰਦੇ। ਸੰਸਾਰ ਦੇ ਵਿੱਚ ਰਹਿੰਦੇ ਹਨ, ਪਰ ਸੰਸਾਰ ਉਹਨਾਂ ਦੇ ਅੰਦਰ ਨਹੀਂ ਜਾਂਦਾ। ਅੰਦਰ ਨਿਰੰਕਾਰ ਹੀ ਹੈ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਕਠਾ ਬਾਗਾ। ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਤਰਤਾ। ਇਹੋ ਜਿਹੀ ਅਵਸਥਾ ਨਾਲ ਚਿੱਤ ਦੀ ਬਿਰਤੀ ਪਰਮਾਤਮਾ ਨਾਲ ਹੈ। ਯਾਦ ਵਿੱਚ ਵਾਹਿਗੁਰੂ ਹੀ ਵਸਿਆ ਹੈ। ਨਿਰੰਕਾਰ ਨਾਲ ਹੀ ਅੰਦਰਲੀ ਸਾਂਝ ਹੈ। ਅਲਪ ਮਾਇਆ ਜਲ ਕਮਲ ਰਹਿਤਾ, ਜਿਵੇਂ ਜਲ ਦੇ ਵਿੱਚ ਕਮਲ ਫੁੱਲ ਰਹਿੰਦਾ। ਉੱਪਰ ਉੱਪਰ ਜਿਵੇਂ ਜਿਵੇਂ ਜਲ ਵੱਧਦਾ ਜਾਂਦਾ, ਤਿਵੇਂ ਤਿਵੇਂ ਕਮਲ ਫੁੱਲ ਦੀ ਨਾਲ ਵੱਧਦੀ ਹੈ, ਉਹ ਉੱਪਰ ਉੱਪਰ ਉੱਠਦਾ ਜਾਂਦਾ, ਨਿਰਲੇਪ ਰਹਿੰਦਾ। ਇਸ ਪ੍ਰਕਾਰ ਉਹ ਇਸ ਤੁਸ਼ ਬੱਪੜੀ ਮਾਇਆ ਵਿੱਚ ਨਿਰਲੇਪ ਰਹਿ ਕੇ ਜੀਵਨ ਗੁਜ਼ਾਰਦਾ। ਮਾਇਆ ਦਾ ਲੇਪਾ ਛੇਪਾ ਨਹੀਂ। ਸੋ ਇਸ ਪ੍ਰਕਾਰ ਉਪਦੇਸੰ ਸਮ ਮਿੱਤਰ ਸਤਰਹ, ਉਹਨਾਂ ਦਾ ਕੋਈ ਮਿੱਤਰ ਨਹੀਂ, ਕੋਈ ਦੁਸ਼ਮਣ ਨਹੀਂ। ਜਿਹੜਾ ਵੀ ਉਹਨਾਂ ਕੋਲ ਚੱਲ ਕੇ ਆਏ ਉਪਦੇਸ਼ ਦਾ ਅਧਿਕਾਰੀ ਹੋਵੇ, ਉਹਨਾਂ ਮਿੱਤਰਾਂ ਦੁਸ਼ਮਣਾਂ ਸਭ ਨੂੰ, ਜਿਹੜਾ ਉਹਨਾਂ ਨਾਲ ਮਿੱਤਰਤਾ ਕਰਦਾ ਉਹਨੂੰ ਵੀ ਤੇ ਸਤਰਤਾ ਦੁਸ਼ਮਣੀ ਕਰਨ ਵਾਲੇ ਨੂੰ ਵੀ ਇੱਕੋ ਜਿਹਾ ਉਪਦੇਸ਼ ਦਿੰਦਾ। ਉਪਦੇਸੰ ਸਮ ਮਿੱਤਰ ਸਤਰਹ, ਭਗਵੰਤ ਭਗਤ ਭਾਵ। ਭਗਵੰਤ ਜੋ ਵਾਹਿਗੁਰੂ ਵਾਹਿਗੁਰੂ ਪ੍ਰਮਾਤਮਾ, ਉਸ ਦੀ ਭਗਤੀ ਦੇ ਨਾਲ ਭਾਵਨੀ ਆਪ ਰੱਖਦੇ ਤੇ ਵਾਹਿਗੁਰੂ ਦੀ ਭਗਤੀ ਦੀ ਭਾਵਨਾ ਹੀ ਅੱਗੇ ਦ੍ਰਿੜ ਕਰਾਉਂਦੇ। ਇਹੋ ਹੀ ਉਪਦੇਸ਼ ਦਿੰਦੇ ਨੇ ਸਭ ਨੂੰ, ਪ੍ਰਮਾਤਮਾ ਨਾਲ ਜੁੜੋ, ਹਰ ਚੇਤੋ ਅੰਤ ਹੋਏ ਸਖਾਈ। ਐਸਾ ਹੀ ਉਪਦੇਸ਼ ਅੱਗੇ ਦਿੰਦੇ, ਨਾਮ ਨਾਲ ਜੋੜਦੇ। ਪਰ ਨਿੰਦਾ ਨਹਿ ਸਰੋਤ ਸਰਵਣ, ਉਹਨਾਂ ਦੇ ਪਾਸ ਜੇ ਕੋਈ ਨਿੰਦਾ ਕਰੇ ਤੇ ਉਹ ਸੁਣਨਾ ਨਹੀਂ ਚਾਹੁੰਦੇ। ਆਪ ਤਾਂ ਨਿੰਦਾ ਮੁਖ ਤੋਂ ਕੀ ਕਰਨੀ, ਪਰ ਉਹ ਪਰਾਈ ਨਿੰਦਾ ਕੰਨਾਂ 'ਚ ਸੁਣਦੇ ਵੀ ਨਹੀਂ, ਰੋਕ ਦਿੰਦੇ, ਪਰੇ ਹਟ ਜਾਂਦੇ, ਅਗਲੇ ਨੂੰ ਦੂਰ ਕਰ ਦਿੰਦੇ। ਨਿੰਦਾ ਕਰਨ ਵਾਲਿਆਂ ਦੇ ਕੋਲ ਨਹੀਂ ਬੈਠਦੇ, ਰਸ ਨਹੀਂ ਲੈਂਦੇ ਨਿੰਦਾ। ਪਰ ਨਿੰਦਾ ਨਹਿ ਸਰੋਤ ਸਰਵਣੰ, ਆਪ ਤਿਆਗ ਸਗਲ ਰੇਣਕ। ਆਪ ਭਾਵ ਆਪਾ, ਆਪੇ ਤੋਂ ਮਤਲਬ ਹੰਕਾਰ। ਅੰਦਰੋਂ ਹੰਕਾਰ ਤਿਆਗ ਕੇ ਮਨ ਕਰਕੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ। ਇੰਨੀ ਗਰੀਬੀ, ਇੰਨੀ ਨਿਮਰਤਾ ਉਹਨਾਂ ਦੇ ਅੰਦਰ ਹੁੰਦੀ। ਖਟ ਲਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸੁਵਜਨਾ। ਇਹ ਲੱਛਣ ਜਿਨ੍ਹਾਂ 'ਚ ਮਿਲਦੇ ਨੇ ਨਾ, ਉਹਨਾਂ ਦਾ ਨਾਮ ਹੈ ਰੱਬ ਦੇ ਸਾਧੂ ਸੱਜਣ। ਰੱਬ ਦੇ ਸੱਜਣ, ਰੱਬ ਦੇ ਸਾਧੂ, ਸਾਰੀ ਸ੍ਰਿਸ਼ਟੀ ਦੇ ਸੱਜਣ। ਸਾਧੂ ਮਨ ਸਾਧਿਆ ਹੋਇਆ ਰੱਬ ਦੇ ਬੰਦੇ ਨੇ, ਤੇ ਸਭਨਾ ਦੇ ਉਹ ਸੱਜਣ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਾ। ਫਿਰ ਸਤਿਗੁਰੂ ਮਹਾਰਾਜ ਹੋਰ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿੰਦੇ ਨੇ ਤੇ ਜੇ ਵੇਖਣਾ ਹੋਵੇ ਸੰਤ ਤੇ ਇਸ ਤਰ੍ਹਾਂ ਦਾ ਹੁੰਦਾ, ਉਹਦੀ ਅਵਸਥਾ ਦੇਖੇ। ਹਜ਼ੂਰ ਕਹਿੰਦੇ ਨੇ 8 ਪਹਿਰ ਨਿਕਟ ਕਰ ਜਾਂਦਾ। ਸੰਸਾਰੀਆਂ ਵਿੱਚ ਤੇ ਸੰਤ ਵਿੱਚ ਇਹ ਅੰਤਰ ਹੈ। ਅਸੀਂ ਸੰਸਾਰੀ ਲੋਕ ਧਾਰਮਿਕ ਅਖਵਾਉਣ ਵਾਲੇ ਵੀ, ਆਸਤਕ ਅਖਵਾਉਣ ਵਾਲੇ ਵੀ, ਮੰਦਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰੇ ਸਾਹਿਬਾਨਾਂ ਜਾਣ ਵਾਲੇ ਜਿੰਨੇ ਵੀ ਅਸੀਂ ਲੋਕ ਹਾਂ, ਅਸੀਂ ਪ੍ਰਮਾਤਮਾ ਨੂੰ 8 ਪਹਿਰ ਆਪਣੇ ਨੇੜੇ ਨਹੀਂ ਜਾਣਦੇ। ਜੋ ਜਾਣਦਾ ਹੈ ਉਹ ਅੰਦਰਲੀ ਅਵਸਥਾ ਕਰਕੇ ਪ੍ਰਮਾਤਮਾ ਦੇ ਬਹੁਤ ਨਜ਼ਦੀਕ ਹੋ ਜਾਂਦਾ ਹੈ। ਨਿਕਟੇ ਅਰ ਭੇਦ ਨਾ ਪਾਇਆ, ਪ੍ਰਮਾਤਮਾ ਨੇੜੇ ਹੀ ਹੈ, ਪਰ ਸਾਨੂੰ ਨਿਸ਼ਚਾ ਨਹੀਂ ਹੈ। 8 ਪਹਿਰ ਨਿਕਟ ਕਰ ਜਾਂਦਾ। ਰੱਬ ਦਾ ਸੰਤ ਇਸ ਅਵਸਥਾ ਵਿੱਚ ਹੈ ਕਿ 8 ਪਹਿਰ ਵਾਹਿਗੁਰੂ ਜੀ ਨੂੰ ਆਪਣੇ ਨੇੜੇ ਕਰਕੇ ਜਾਣਦਾ। ਦੂਸਰਾ ਗੁਣ ਪ੍ਰਭ ਕਾ ਕੀਆ ਮੀਠਾ ਮਨ। ਪ੍ਰਮਾਤਮਾ ਅਕਾਲ ਪੁਰਖ ਵੱਲੋਂ ਜੋ ਕੁਝ ਹੁੰਦਾ, ਜੋ ਹੋਇਆ, ਉਹਨੂੰ ਮਿੱਠਾ ਕਰਕੇ ਮੰਨਦਾ। ਦੁੱਖ ਹੈ, ਸੁੱਖ ਹੈ, ਖੁਸ਼ੀ ਗਮ ਜੋ ਵੀ ਹੈ, ਉਹਨੂੰ ਮਿੱਠਾ ਕਰਕੇ ਮੰਨਦਾ। ਏਕ ਨਾਮ ਸੰਤਨ ਆਧਾਰ। ਸੰਤ ਜਨਾਂ ਦਾ ਆਧਾਰ ਆਸਰਾ ਇੱਕ ਵਾਹਿਗੁਰੂ ਦਾ ਨਾਮ ਹੈ। ਹੋਏ ਰਹੇ ਸਭ ਕੀ ਪਗ ਛਾਰ। ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਹਨ ਰੱਬ ਦੇ ਸੰਤ।
ਔਰ ਫਿਰ ਹਜ਼ੂਰ ਕਹਿੰਦੇ ਨੇ ਸੰਤ ਰਹਿਤ ਸੁਣੋ ਮੇਰੇ ਭਾਈ, ਸੰਤ ਜਨਾਂ ਦੀ ਰਹਿਤ ਰਹਿਣੀ ਹੈ ਮੇਰੇ ਭਰਾਤਾ ਜੀ ਸੁਣੋ। ਉਹ ਆ ਕਿ ਮਹਿਮਾ ਕਥਨ ਨਾ ਜਾਏ, ਉਹਨਾਂ ਦੀ ਮਹਿਮਾ ਕਥਨ ਨਹੀਂ ਹੋ ਸਕਦੀ, ਕਹਿਣ ਵਿੱਚ ਨਹੀਂ ਆਉਂਦੀ, ਏਡੀ ਵੱਡੀ ਹੈ। ਵਰਤਣ ਜਾ ਕੇ ਕੇਵਲ ਨਾਮ, ਵਰਤੋਂ ਵਿਹਾਰ ਕੇਵਲ ਪਰਮੇਸ਼ਰ ਦੇ ਨਾਮ ਦਾ, ਵਸਤ ਵਲੇਵਾ ਉਹਨਾਂ ਦਾ ਕਰਮ, ਪਰਮਾਤਮਾ ਦਾ ਸਿਮਰਨ ਹੈ। ਵਰਤਣ ਜਾ ਕੇ ਕੇਵਲ ਨਾਮ, ਅਨੰਦ ਰੂਪ ਕੀਰਤਨ ਬਿਸਰਾਮ। ਆਨੰਦ ਸਰੂਪ ਜੋ ਵਾਹਿਗੁਰੂ ਹੈ, ਉਹਦੇ ਕੀਰਤਨ ਵਿੱਚ ਹੀ ਮਨ ਦਾ ਟਿਕਾਅ ਬਣਿਆ ਹੈ। ਮਨ ਦਾ ਟਿਕਾਅ ਪ੍ਰਮਾਤਮਾ ਦੇ ਜਸ ਵਿੱਚ। ਅਨੰਦ ਰੂਪ ਕੀਰਤਨ ਬਿਸਰਾਮ, ਮਿੱਤਰ ਸੱਤਰ ਜਾ ਕੇ ਇੱਕ ਸਮਾਨ। ਮਿੱਤਰ ਤੇ ਦੁਸ਼ਮਣ ਜਿਸ ਵਾਸਤੇ ਇੱਕ ਸਮਾਨ ਬਰਾਬਰ ਹੈ। ਮਿੱਤਰ ਸੱਤਰ ਜਾ ਕੇ ਇੱਕ ਸਮਾਨ ਹੈ। ਪ੍ਰਭ ਆਪਣੇ ਮਨ ਅਵਰ ਨ ਮੰਨ। ਪ੍ਰਮਾਤਮਾ ਤੋਂ ਬਗੈਰ ਹੋਰ ਕੁਛ ਨੂੰ, ਉਹ ਕਿਸੇ ਨੂੰ ਕੁਛ ਨਹੀਂ ਮੰਨਦਾ। ਵਰਤਣ ਜਾ ਕੇ ਕੇਵਲ ਨਾਮ, ਅਨੰਦ ਰੂਪ ਕੀਰਤਨ ਬਿਸਰਾਮ। ਮਿੱਤਰ ਸੱਤਰ ਜਾ ਕੇ ਇੱਕ ਸਮਾਨ, ਪ੍ਰਭ ਆਪਣੇ ਮਨ ਅਵਰ ਨ ਜਾਣ। ਔਰ ਸੂਰਬੀਰ ਬਚਨ ਕੇ ਬਲੀ, ਬੜੇ ਸੂਰਬੀਰ ਹਨ ਅੰਦਰੋਂ, ਬਚਨਾਂ ਦੇ ਬਲੀ, ਜੋ ਬਚਨ ਕਰਦੇ ਹਨ ਉਹਨੂੰ ਪਗਾਉਂਦੇ। ਕੌਲਾ ਬੱਪਰੀ ਸੰਤੀ ਛਲੀ, ਜਿਹੜੀ ਤੁੱਛ ਬੱਪਰੀ ਕੌਲਾ ਮਾਇਆ ਹੈ ਨਾ, ਲక్ష్ਮੀ, ਇਹ ਸਾਰੇ ਜਗਤ ਨੂੰ ਛਲ ਰਹੀ ਹੈ, ਪਰ ਇਹਨੂੰ ਰੱਬ ਦੇ ਸੰਤ ਜਨਾਂ ਨੇ ਛਲਿਆ। ਤਾ ਕਾ ਸੰਗ ਬਾਦਸ਼ਾਹ ਸੁਰਦੇਵ, ਸੁਰਗ ਦੇ ਦੇਵਤੇ ਵੀ, ਅਦ੍ਰਿਸ਼ ਦੇਵਤੇ ਵੀ ਉਸ ਸੰਤ ਦਾ ਸੰਗ ਕਰਨਾ ਲੋਚਦੇ ਨੇ। ਅਮੋਘ ਦਰਸ ਸਫਲ ਜਾ ਕੀ ਸੇਵ, ਅਮੋਘ ਦਰਸ਼ਨ, ਉਹਦਾ ਦਰਸ਼ਨ ਕੀਤਾ ਸਫਲਾ ਵਿਅਰਥ ਨਹੀਂ ਜਾਂਦਾ। ਉਹਦੀ ਸੇਵਾ ਕੀਤੀ ਵੀ ਸਫਲੀ, ਉਸ ਸੰਤ ਦੀ ਸੇਵਾ। ਕਿਉਂਕਿ ਮਨਮੁਖ ਸੇਵਾ ਖਰੀ ਦੁਹੇਲੀ, ਮਨਮੁਖਾਂ ਦੀ ਸੇਵਾ ਵੀ ਕੀਤੀ ਦੁਖਦਾਈ ਹੈ। ਸਾਧ ਕੀ ਸੇਵਾ ਸਦਾ ਸੁਹੇਲੀ, ਸਾਧੂ ਜਿਹਨੇ ਮਨ ਸਾਧਿਆ ਉਹਦੀ ਸੇਵਾ ਵੀ ਕੀਤੀ ਹਮੇਸ਼ਾ ਸੁਖਦਾਈ ਹੁੰਦੀ। ਉਹਦੀ ਅਸੀਸ ਵਿੱਚ ਬੜੀਆਂ ਬਰਕਤਾਂ ਹੁੰਦੀਆਂ, ਉਹਦੇ ਬਚਨ ਵਿੱਚ ਬੜੀ ਤਾਸੀਰ ਹੁੰਦੀ, ਬੜੀ ਤਾਕਤ ਹੁੰਦੀ। ਸੋ ਕਰ ਜੋੜ ਨਾਨਕ ਕਰੇ ਅਰਦਾਸ, ਮੋਹਿ ਸੰਤ ਹੈ ਟਹਿਲ ਦੀਜੈ ਗੁਣਤਾਸ। ਹੱਥ ਜੋੜ ਕੇ ਹਜ਼ੂਰ ਕਹਿੰਦੇ ਅਸੀਂ ਬੇਨਤੀ ਕਰਦੇ ਹਾਂ, ਐਸੇ ਸੰਤ ਜਨ ਦੀ ਟਹਿਲ ਜਿਹੜੀ ਸੇਵਾ ਹੈ, ਗੁਣਾਂ ਦੇ ਖਜ਼ਾਨੇ ਵਾਹਿਗੁਰੂ ਸਾਡੇ ਤਾਈਂ ਤੂੰ ਬਖਸ਼। ਇਸ ਪ੍ਰਕਾਰ ਦੀ ਵਡਿਆਈ ਦੇ ਬਚਨ ਕੀਤੇ। ਤੇ ਭਾਈ ਗੁਰਦਾਸ ਜੀ ਨੇ ਵੀ ਕੁਝ ਅਲਫਾਜ਼, ਕੁਝ ਬਚਨ ਐਸੇ ਕੀਤੇ ਹਨ, ਉਹ ਵੀ ਆਪ ਸੰਗਤ ਨਾਲ ਸਾਂਝੇ ਕਰਨ ਦਾ ਯਤਨ ਕਰਾਂ। ਭਾਈ ਸਾਹਿਬ ਕਹਿੰਦੇ ਨੇ, ਭਾਈ ਇਹ ਨਖੇੜਾ ਹੁਣ ਤੁਸਾਂ ਕਰਨਾ। ਭਾਈ ਜਿਸ ਤਰ੍ਹਾਂ ਗੁੱਛਾ ਹੋਏ ਤ੍ਰਿਕੋਨਿਆਂ ਕਿਉਂ ਵੁੜੀਐ ਦਖ। ਤ੍ਰਿਕੋਨੇ ਧਰੇਕ ਜਿਹੜਾ ਬੂਟਾ ਹੁੰਦਾ, ਉਹਨੂੰ ਫਲ ਜਿਹੜੇ ਲੱਗਦੇ ਨੇ ਕੌੜੇ ਜ਼ਹਿਰ ਵਰਗੇ, ਤ੍ਰਿਕੋਨੇ। ਗੁੱਛਾ ਹੋਏ ਤ੍ਰਿਕੋਨਿਆਂ ਦਾ, ਤੇ ਉਹਦੀ ਚਮੜੀ ਛਿੱਲ ਹਰੀ ਜਿਹੀ ਹੁੰਦੀ ਹੈ, ਤੇ ਉਹ ਕਦੇ ਅੰਗੂਰਾਂ ਦੀ ਬਰਾਬਰਤਾ ਕਰ ਸਕਦੇ ਨਹੀਂ। ਦਾਖਾਂ ਦੀ ਬਰਾਬਰਤਾ ਤ੍ਰਿਕੋਨੇ ਨਹੀਂ ਕਰ ਸਕਦੇ। ਉਹਨਾਂ ਵਰਗੀ ਕੀਮਤ ਤ੍ਰਿਕੋਨਿਆਂ ਦੀ ਨਹੀਂ ਪੈ ਸਕਦੀ। ਅੰਗੂਰ ਮਹਿੰਗਾ ਹੁੰਦਾ, ਫਲ ਹੁੰਦਾ ਬੜਾ ਮਿੱਠਾ, ਤੇ ਤ੍ਰਿਕੋਨਾ ਕੌੜਾ ਹੀ ਹੈ। ਗੁੱਛਾ ਹੋਏ ਤ੍ਰਿਕੋਨਿਆਂ ਕਿਉਂ ਵੁੜੀਐ ਦਖ ਹੈ। ਫਿਰ ਭਾਈ ਸਾਹਿਬ ਕਹਿੰਦੇ, ਅੱਕਾ ਕੇਰੀ ਖੱਖੜੀ ਕੋਈ ਅੰਬ ਨਾ ਆਖ। ਜਿਹੜਾ ਮਨੁੱਖ ਜਾਣਦਾ ਵੀ ਅੰਬ ਕਿਹੋ ਜਿਹਾ ਹੁੰਦਾ, ਉਹਦਾ ਰਸ ਕਿਹੋ ਜਿਹਾ, ਉਹਦੇ ਵਿੱਚ ਮਿਠਾਸ ਕਿੰਨੀ ਕਾ। ਅੱਕ ਦੀਆਂ ਬਾਖੜੀਆਂ ਵੇਖਣ ਨੂੰ ਆਕਾਰ ਅੰਬ ਵਰਗਾ, ਅੱਕ ਦੀਆਂ ਖੱਖੜੀਆਂ, ਉਹਨਾਂ ਨੂੰ ਕੋਈ ਸਿਆਣਾ ਬੰਦਾ ਅੰਬ ਨਹੀਂ ਆਖਦਾ, ਕੋਈ ਅੰਬ ਜਾਣ ਕੇ ਨਹੀਂ ਖਰੀਦ ਸਕਦਾ। ਅੱਕੇ ਕੇਰੀ ਖੱਖੜੀ ਕੋ ਅੰਬ ਨਾ ਆਖੈ। ਔਰ ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ, ਗਹਿਣੇ ਜਿਉਂ ਜਰਪੋਸ਼ ਦੇ, ਜਰਪੋਸ਼ ਮਲੰਮੇ ਦੇ, ਝਾਲ ਜਿਨ੍ਹਾਂ ਤੇ ਫੇਰੀ ਹੁੰਦੀ ਹੈ, ਪਿੱਤਲ ਹੋਵੇ ਥੱਲੇ, ਤਾਂਬਾ ਹੋਵੇ ਤੇ ਉੱਪਰ ਝਾਲ ਸੋਨੇ ਵਰਗੀ ਫੇਰੀ ਹੈ, ਉਹ ਉਹਦੇ ਜਰਪੋਸ਼ ਦੇ ਮਲੰਮੇ ਦੇ ਗਹਿਣਾ ਨੇ। ਕੱਤ ਸੋਇਨ ਸਾਖ, ਕੋਈ ਸੋਨੇ ਦੀ ਸਾਖ ਬਰਾਬਰਤਾ ਕਿਵੇਂ ਕਰ ਸਕਦੇ ਹਨ ਜਰਪੋਸ਼ ਦੇ ਮਲੰਮੇ ਦੇ ਗਹਿਣੇ। ਫਟਕ ਨਾ ਪੁੱਜਨ ਹੀਰਿਆਂ ਉਹ ਭਰੇ ਬਿਆਖੈ। ਫਟਕ ਬਲੌਰ, ਕੱਚ ਦੇ ਬਲੌਰ ਹੀਰਿਆਂ ਦੇ ਤੁੱਲ ਤੇ ਨਹੀਂ ਨਾ ਪੁੱਜ ਸਕਦੇ, ਕਿਉਂਕਿ ਹੀਰੇ ਦੀ ਨਿੱਕੀ ਨਿੱਕੀ ਕਣੀ ਕੀਮਤ ਨਾਲ ਭਰੀ ਹੋਈ, ਉਹਦੀ ਬੜੀ ਕੀਮਤ ਹੈ, ਬੜਾ ਮੁੱਲ ਹੈ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ, ਤੇ ਉਹ ਸਾਧ ਅਸਾਧ ਪਰਖੀਐ ਕਰਤੂਤ ਸੁਭਖ ਹੈ। ਸਾਧੂ ਤੇ ਅਸਾਧੂ ਦੀ ਪਰਖ ਉਹਦੀ ਕਰਤੂਤ ਤੋਂ ਹੁੰਦੀ ਹੈ। ਉਹਦੀ ਕਰਤੂਤ, ਉਹਦੀ ਕਰਨੀ ਦੱਸਦੀ ਹੈ ਭਈ ਇਹ ਸੰਤ ਹੈ। ਸੋ ਇਸ ਵਾਸਤੇ ਨੇੜੇ ਰਹਿ ਕੇ ਵੇਖਣਾ ਪੈਂਦਾ।
ਤਾਂ ਪਤਾ ਲੱਗਦਾ ਹੈ ਵੀ ਇਹ ਸਾਧੂ ਹੈ ਕਿ ਨਹੀਂ। ਲਿਬਾਸ ਤੇ ਅਨੇਕਾਂ ਵੰਨ ਸੁਵੰਨੇ ਜਾਂ ਦੁਨੀਆ ਕਿਸੇ ਪਾਸੇ ਜਾਂਦੀ ਵੇਖ ਕੇ ਅਸੀਂ ਭਰਮ ਜਾਂਦੇ ਹਾਂ ਵੀ ਉਹਦੇ ਕੋਲ ਦੁਨੀਆ ਬੜੀ ਜਾਂਦੀ। ਨਹੀਂ, ਦੁਨੀਆ ਦੇ ਇਕੱਠ ਵੱਠ ਵੇਖ ਕੇ ਨਹੀਂ ਭਰਮਣਾ ਚਾਹੀਦਾ ਇਹ ਦੁਨੀਆ ਕਿਤੇ ਮਗਰ ਲੱਗੀ ਹੋਈ ਹੈ। ਨਹੀਂ, ਆਪ ਕਰਤੂਤ ਵੇਖ ਕੇ ਫਿਰ ਪਹਿਲਾਂ ਵਸਤ ਸਿਆਣ ਕੇ ਤਾਂ ਕੀਚੈ ਵਪਾਰ। ਔਰ ਗੁਰੂ ਵੀ ਪੂਰਾ, ਜਦੋਂ ਗੁਰੂ ਧਾਰਨ ਕਰਨਾ ਤੇ ਉਦੋਂ ਵੀ ਜਾਣਕਾਰੀ ਸ਼ਰਧਾ ਜਿੱਥੇ ਹੈ ਉੱਥੇ ਗਿਆਨ ਵੀ ਹੋਣਾ ਚਾਹੀਦਾ। ਜਿਸ ਦੇ ਪ੍ਰਤੀ ਮੈਂ ਸ਼ਰਧਾ ਧਾਰਨੀ ਹੈ, ਜਿਹਨੂੰ ਤਨ ਮਨ ਧਨ ਅਰਪਣ ਕਰਨਾ, ਗੁਰੂ ਵੀ ਪੂਰਾ ਚਾਹੀਦਾ। ਸੋ ਇਸ ਪ੍ਰਕਾਰ ਇਉਂ ਸਤਿਗੁਰੂ ਮਹਾਰਾਜ ਨੇ ਜੋ ਅਸਲੀ ਰੱਬ ਦੇ ਪਿਆਰੇ ਨੇ ਨਾ, ਬੰਦਗੀ ਕਰਨ ਵਾਲੇ, ਜਿਨ੍ਹਾਂ ਦੀ ਕਰਨੀ ਮਹਾਨ ਹੈ, ਉਹਨਾਂ ਦੀ ਤਾਂ ਬੜੀ ਉਪਮਾ ਕੀਤੀ। ਪਰ ਜਿਹੜੇ ਬਨੌਟੀ ਲੋਕ ਨੇ, ਜਿਵੇਂ ਕਬੀਰ ਜੀ ਨੇ ਕਿਹਾ, ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ। 3.5 ਗਜ ਦੀਆਂ ਧੋਤੀਆਂ ਚਿੱਟੀਆਂ ਤੇ ਤੇਰੇ ਜਨੇਊ ਧਾਗੇ ਪਾਏ ਜਾਂ ਮਾਲਾ। ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬੱਗ, ਗਲਾਂ 'ਚ ਜਪ ਮਾਲੀਆਂ ਪਾਈਆਂ, ਵੱਡੀਆਂ ਵੱਡੀਆਂ ਮਾਲਾ ਤੇ ਐ ਲਿਸ਼ਕਦੇ ਹੋਏ ਗੜਵੇ ਫੜੇ ਹੋਏ ਨੇ। ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਬਨਾਰਸ ਦੇ ਠੱਗ ਬਹੁਤੇ ਮਸ਼ਹੂਰ ਮੰਨੇ ਨਾ। ਇਸੇ ਤਰ੍ਹਾਂ ਕਹਿੰਦੇ ਲਿਬਾਸੀ ਲੋਕ ਵੀ ਭੇਖ ਬਣਾ ਕੇ ਸੰਤਾਂ ਵਾਲਾ ਵੱਡੇ ਠੱਗ ਬਣੇ ਤੁਰੇ ਫਿਰਦੇ ਨੇ। ਐਸੇ ਸੰਤ ਨਾ ਮੁਕੋ ਭਾਵੈ, ਡਾਲਾ ਸਿਓ ਪੇਡਾ ਗਟਕਾਵੈ। ਸੋ ਇਸ ਪ੍ਰਕਾਰ ਡਾਲੀਆਂ ਨਾਲ ਪੇੜ ਰੁੱਖ ਲਾਉਂਦੇ, ਲਿਫਾਫੇ ਭਾਵ ਝੂਠੇ ਉੱਚੇ ਉੱਚੇ ਵਜਨ ਕਰਦੇ ਬੜੇ ਮਿਲਣਗੇ। ਸੋ ਇਸ ਪ੍ਰਕਾਰ ਕਰਨੀ ਹੈ ਨਹੀਂ। ਰਹਿਣੀ ਵਾਲੇ ਸੰਤ ਜਿਨ੍ਹਾਂ ਦੀ ਵਡਿਆਈ ਸਤਿਗੁਰੂ ਮਹਾਰਾਜ ਨੇ ਕੀਤੀ, ਇਸ ਸ਼੍ਰੇਣੀ ਵਿੱਚ ਆਉਂਦੇ ਹਨ ਬਾਬਾ ਠਾਕੁਰ ਸਿੰਘ ਸਾਹਿਬ, ਸੱਚਖੰਡ ਵਾਸੀ ਮਹਾਂਪੁਰਸ਼। ਦਾਸ ਨੂੰ ਕਾਫੀ ਸਾਲ ਉਹਨਾਂ ਦੀ ਸੰਗਤ ਕਰਨ ਦਾ ਸਬੱਬ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਆ। ਤੇ ਇਸ ਵਾਸਤੇ ਜੋ ਉਹਨਾਂ ਨੂੰ ਅੱਖਾਂ ਦੇ ਨਾਲ ਵੇਖਿਆ, ਜਿਹੜੀ ਅਵਸਥਾ ਉਹਨਾਂ ਦੀ ਵੇਖੀ, ਉਹਦੇ ਲਿਹਾਜ਼ ਨਾਲ ਕੁਛ ਕੁ ਉਹਨਾਂ ਦੀ ਵਡਿਆਈ ਬਿਆਨ ਕਰਨ ਦਾ ਦਾਸ ਨਿਮਾਣਾ ਜਿਹਾ ਯਤਨ ਕਰ ਰਿਹਾ। ਜਿੱਥੇ ਸਾਡੇ ਸਿੱਖ ਪੰਥ ਦੇ ਅੰਦਰ ਹੋਰ ਅਨੇਕਾਂ ਗੁਰਮੁਖ ਪਿਆਰੇ ਸ਼ਹੀਦ ਸਿੰਘ, ਉੱਚੀਆਂ ਉੱਚੀਆਂ ਅਵਸਥਾ ਵਾਲੇ ਸੰਤ ਜਨ ਹੋਏ ਨੇ, ਜਿਨ੍ਹਾਂ 'ਚ ਸੰਤ ਬਾਬਾ ਅਤਰ ਸਿੰਘ ਸਾਹਿਬ ਮਸਤੂਆਣੇ ਵਾਲੇ, ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲੇ, ਸੰਤ ਸੁੰਦਰ ਸਿੰਘ ਅਲੀ ਬੇਗ ਵਾਲੇ, ਸੰਤ ਸੁੰਦਰ ਸਿੰਘ ਭਿੰਡਰਾਂ ਵਾਲੇ, ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲੀਏ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਕਰਤਾਰ ਸਿੰਘ ਖਾਲਸਾ ਜੀ, ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਹੋਏ ਨੇ। ਔਰ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਹੋਏ ਨੇ, ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਸੰਤ ਹੋਏ ਨੇ। ਇਹ ਤੇ ਆਦਿਕ ਇਹ 94 ਜਿਹੜੇ ਮਹਾਂਪੁਰਸ਼ ਸਾਡੀ ਕੌਮ 'ਚ ਹੋਏ ਨੇ। ਹੋਰਨਾਂ ਧਰਮਾਂ ਦੇ ਅੰਦਰ ਵੀ ਵਲੀ, ਪੀਰ, ਫਕੀਰ, ਮੁਰਸ਼ਿਦ, ਸੰਤ, ਮਹਾਤਮਾ ਹੋਏ ਨੇ, ਹੁੰਦੇ ਹੀ ਨੇ ਸਮੇਂ ਸਮੇਂ ਤੇ। ਕਿਉਂਕਿ ਅਸਲੀਅਤ ਵੀ ਹੁੰਦੀ ਹੈ, ਨਕਲ ਭਾਵੇਂ ਬਹੁਤੀ ਹੈ, ਤੇ ਅਸਲੀਅਤ ਵੀ ਹਰ ਮੱਤ ਵਿੱਚ ਚੰਗੀ ਕਰਨੀ ਵਾਲੇ ਲੋਕ ਹੁੰਦੇ ਨੇ। ਸਤਿਗੁਰੂ ਮਹਾਰਾਜ ਜੀ ਨੇ ਜੋ ਪਰਮਾਰਥ ਦਾ ਮਾਰਗ ਹੈ, ਇਹ ਬੜਾ ਸੁਖੈਨ ਦਰਸਾਇਆ ਹੈ। ਪਹਿਲਾਂ ਲੋਕ ਸਰੀਰਾਂ ਨੂੰ ਜ਼ਿਆਦਾ ਤਪਾਉਂਦੇ ਰਹੇ ਨੇ, ਤਪੱਸਿਆ, ਯੋਗਾ ਅਭਿਆਸ ਆਦਿਕ ਹੋਰ ਕਰਮ ਜਾਂ ਤੀਰਥਾਂ ਦੇ ਇਸ਼ਨਾਨ ਜਾਂ ਦਾਨ ਪੁੰਨ, ਇਹਨੂੰ ਹੀ ਪਰਮਾਰਥ ਦੀ ਸਿੱਧੀ ਦਾ ਜਿਹੜਾ ਸੀ ਉਹਨਾਂ ਨੇ ਨਿਸ਼ਾਨਾ ਇਸ ਢੰਗ ਨਾਲ ਮਿਥ ਲਿਆ ਵੀ ਇਹਨਾਂ ਸਾਧਨਾ ਕਰਕੇ ਪਰਮਾਰਥ ਦੀ ਸਿੱਧੀ ਹੋਵੇਗੀ। ਪਰ ਪੁਰਾਣੇ ਸਮੇਂ 'ਚ ਵੀ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ, ਬੰਦਗੀ ਕੀਤੀ ਹੈ, ਉਹੀ ਕਾਮਯਾਬ ਹੋਏ ਨੇ। ਤੇ ਸਤਿਗੁਰੂ ਮਹਾਰਾਜ ਜੀ ਨੇ ਕਲਯੁਗ ਦੇ ਸਮੇਂ ਅੰਦਰ ਨਾਮ, ਸਤ ਸੰਗਤ, ਸੇਵਾ, ਇਹ ਦਾਤਾਂ ਬਖਸ਼ੀਆਂ ਹਨ। ਤੇ ਆਪਣੇ ਮਨ ਨੂੰ ਸੁਧਾਰਨ ਵਾਸਤੇ ਕਿਹਾ, ਸ਼ਬਦ ਦੇ ਆਸਰੇ ਨਾਲ ਮਨ ਅੰਤਰਮੁਖ ਕਰਕੇ ਗਿਆਨ ਦੀ ਪ੍ਰਾਪਤੀ ਤੁਸੀਂ ਕਰ ਸਕਦੇ ਹੋ। ਸੋ ਗੁਰੂ ਕੇ ਪਿਆਰਿਓ, ਅੱਜ ਕੱਲ ਜੋ ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਲਾਹੌਰ ਹੈ, ਉਦੋਂ ਅਨਡਿਵਾਈਡਡ ਇੰਡੀਆ ਸੀ। ਦੇਸ਼ ਦਾ ਬਟਵਾਰਾ ਨਹੀਂ ਸੀ ਹੋਇਆ, ਵੰਡ ਨਹੀਂ ਸੀ ਹੋਈ। 1915 ਦੇ ਵਿੱਚ ਜੋ ਬਾਬਾ ਬਹਾਦਰ ਸਿੰਘ ਜੀ ਈਚੋ ਗਿੱਲ ਪਿੰਡ ਵਿੱਚ ਵਸਦੇ ਸਨ। ਗਿੱਲ ਗੋਦ ਸੀ ਉਹਨਾਂ ਦੀ, ਈਚੋ ਗਿੱਲ, ਗਿੱਲਾਂ ਦਾ ਈਚੋ ਉਹ ਪਿੰਡ ਸੀ। ਜ਼ਿਆਦਾ ਗਿੱਲ ਗੋਦ ਦੇ ਲੋਕ ਉੱਥੇ ਵਸਦੇ ਸਨ। ਤੇ ਬਾਬਾ ਬਹਾਦਰ ਸਿੰਘ ਜੀ ਤਕੜੇ ਜਵਾਨ ਸਨ, ਔਰ ਉਹਨਾਂ ਦੀ ਧਰਮ ਪਤਨੀ ਮਾਤਾ ਪ੍ਰੇਮ ਕੌਰ ਜੀ,
ਇਹ ਗੁਰਮੁਖ ਦੰਪਤੀ ਇਸ ਨਗਰ 'ਚ ਰਹਿੰਦੇ ਸਨ। ਕਾਫੀ ਖੁੱਲੀ ਜ਼ਮੀਨ ਸੀ ਇਹਨਾਂ ਦੀ। ਔਰ ਬਾਬਾ ਬਹਾਦਰ ਸਿੰਘ ਜੀ ਦੇ ਗ੍ਰਹਿ ਵਿਖੇ ਜਿੱਥੇ ਹੋਰ ਸਪੁੱਤਰਾਂ ਨੇ ਜਨਮ ਲਿਆ, ਭਾਈ ਸ਼ਮੀਰ ਸਿੰਘ ਜੀ, ਰਤਨ ਸਿੰਘ ਆਦਿ, ਤੇ 2 ਸਪੁੱਤਰੀਆਂ ਨੇ ਵੀ ਜਨਮ ਲਿਆ, ਜਿਨ੍ਹਾਂ ਵਿੱਚੋਂ ਇੱਕ ਦਾ ਆਨੰਦ ਕਾਰਜ ਖਿਆਲਾ ਪਿੰਡ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ 'ਚ ਉੱਥੇ ਹੋਇਆ ਸੀ। ਦੂਸਰੀ ਸਪੁੱਤਰੀ ਦਾ ਜਿਹੜਾ ਆਨੰਦ ਕਾਰਜ ਸੀ ਉਹ ਥਾਂਦੇ ਪਿੰਡ ਹੋਇਆ ਸੀ। ਤੇ ਇਸੇ ਤਰ੍ਹਾਂ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ ਵੀ ਬਾਬਾ ਬਹਾਦਰ ਸਿੰਘ ਜੀ ਦੇ ਗ੍ਰਹਿ ਮਾਤਾ ਪ੍ਰੇਮ ਕੌਰ ਜੀ ਦੀ ਕੁੱਖ ਤੋਂ ਇਹਨਾਂ ਨੇ ਜਨਮ ਧਾਰਨ ਕੀਤਾ। ਪਰ ਜਿਵੇਂ ਕਹਿੰਦੇ ਹਨ, ਹੋਣਹਾਰ ਬਿਰਵਾ ਕੇ ਹੋਤ ਚਿਕ ਨੇ ਪਾਤ। ਮਾਤਾ ਪਿਤਾ ਵੀ ਚੰਗੇ ਗੁਰਮੁਖ ਸਨ। ਬਾਬਾ ਜੀ ਨੇ ਮੈਨੂੰ ਆਪ ਇਹ ਬਚਨ ਦੱਸਿਆ ਸੀ ਕਿ ਮੇਰੇ ਮਾਤਾ ਪਿਤਾ ਬਹੁਤ ਗੁਰਮੁਖ ਸਨ। ਤੇ ਜਦੋਂ ਪਿਤਾ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਸਵੇਰੇ ਕਰਦੇ ਸਨ ਤਾਂ ਉਹਨਾਂ ਦੇ ਨੇਤਰਾਂ ਵਿੱਚੋਂ ਬੜੇ ਹੰਝੂ ਵਗਦੇ ਸਨ, ਬਹੁਤ ਵਿਰਾਗ ਆ ਜਾਂਦਾ ਸੀ। ਤੇ ਮੈਂ ਪੁੱਛਦਾ ਸੀ, ਪਿਤਾ ਜੀ ਇਹ ਤੁਸੀਂ ਬਾਣੀ ਪੜ੍ਹਦੇ, ਪਾਠ ਕਰਦੇ, ਰੋਂਦੇ ਕਿਉਂ? ਤਾਂ ਉਹਨਾਂ ਕਿਹਾ ਸੀ ਕਿ ਬੇਟਾ ਗੁਰੂ ਕੀ ਬਾਣੀ ਵਿੱਚ ਹੀ ਵਿਰਾਗ ਭਰਿਆ ਹੈ, ਸੋ ਇਸ ਕਰਕੇ ਉਹ ਵਿਰਾਗ ਹੀ ਮੇਰੇ ਨੇਤਰਾਂ ਵਿੱਚ ਦੀ ਬਾਹਰ ਆਉਂਦਾ। ਇਹ ਤੇ ਆਦਿ। ਔਰ ਬਾਬਾ ਜੀ ਕਿਉਂਕਿ ਪੂਰਬਲੀ ਕਮਾਈ ਹੋਵੇਗੀ, ਇਸ ਕਰਕੇ ਐਸੀ ਸ਼੍ਰੇਣੀ 'ਚ ਸੰਤ ਅਤਰ ਸਿੰਘ ਮਸਤੂਆਣੇ ਵਾਲੇ, ਭਾਈ ਵੀਰ ਸਿੰਘ ਸਾਹਿਬ, ਜਿਨ੍ਹਾਂ ਦੀ ਜਨਮ ਤੋਂ ਹੀ ਲਗਨ ਪ੍ਰਮਾਤਮਾ ਨਾਲ ਹੀ ਹੁੰਦੀ ਹੈ। ਅਨੇਕਾਂ ਹੋਰ ਵੀ ਸਾਧੂ ਬਚਪਨ ਤੋਂ, ਜਨਮ ਤੋਂ ਹੀ ਲੈ ਕੇ ਹੋਰਨਾਂ ਬੱਚਿਆਂ ਵਰਗੀ ਉਹਨਾਂ ਦੀ ਅਵਸਥਾ ਨਹੀਂ ਹੁੰਦੀ, ਚੰਚਲਤਾ ਹੀ ਨਹੀਂ ਹੁੰਦੀ, ਕਿਉਂਕਿ ਪਰਮਾਰਥ ਦੇ ਰਾਹ ਤੇ ਚੱਲਣ ਵਾਸਤੇ ਦੁਨੀਆ ਵੱਲੋਂ ਵਿਰਾਗ, ਨਿਰਾਸ਼ਤਾ, ਉਦਾਸੀਨਤਾ ਹੋਵੇ ਤੇ ਤਾਂ ਹੀ ਪਰਮਾਰਥ ਦੇ ਰਾਹ ਤੇ ਚੱਲਿਆ ਜਾ ਸਕਦਾ। ਤੇ ਪਿਛਲੇ ਜਨਮਾਂ ਦੀ ਕਮਾਈ ਕਰਕੇ ਕਈ ਜਿਹੜੇ ਮਹਾਨ ਪੁਰਸ਼ ਨੇ, ਬਚਪਨ ਤੋਂ ਹੀ ਉਹਨਾਂ ਦੀ ਲਗਨ ਪਰਮਾਤਮਾ ਨਾਲ ਹੁੰਦੀ, ਵਾਹਿਗੁਰੂ ਦੇ ਸਿਮਰਨ ਵੱਲ ਲਗਾ ਹੁੰਦਾ, ਸੰਸਾਰ ਵੱਲੋਂ ਉਪਰਾਮਤਾ ਹੁੰਦੀ, ਸੰਸਾਰ ਵੱਲੋਂ ਉਦਾਸੀਨਤਾ ਹੁੰਦੀ, ਤੇ ਇਹ ਉਹਨਾਂ ਦੀ ਕਮਾਈ ਹੁੰਦੀ ਹੈ। ਅੰਦਰ ਉਹਨਾਂ ਦੇ ਪ੍ਰਮਾਤਮਾ ਨੇ ਬੁੱਧੀ ਐਸੀ ਬਖਸ਼ੀ, ਅਕਲ ਐਸੀ ਹੈ, ਉਹ ਅਕਲ ਦੀ ਜਾਂ ਬੁੱਧੀ ਦੀ ਜੋ ਚੋਟ ਹੈ ਉਸ ਦੁਆਰਾ ਪ੍ਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਤੇ ਚੱਲਦੇ ਨੇ। ਪੂਰਬਲੀ ਕਮਾਈ ਹੈ, ਕਿਉਂਕਿ ਜਿੱਥੇ ਪਿਛਲੇ ਜਨਮ ਵਿੱਚ ਸਰੀਰ ਦਾ ਅੰਤ ਹੋਇਆ, ਜਿਸ ਅਵਸਥਾ 'ਚ ਅਗਲੇ ਜਨਮ ਵਿੱਚ ਉੱਥੋਂ ਸ਼ੁਰੂਆਤ ਹੁੰਦੀ ਹੈ। ਇਹ ਸਿਆਣੇ ਗੱਲ ਕਹਿੰਦੇ ਨੇ। ਤੇ ਹੁਣ ਤਾਂ ਬੜੀਆਂ ਖੋਜਾਂ ਹੋ ਚੁੱਕੀਆਂ ਹਨ, ਕਿਤਾਬਾਂ ਲਿਖੀਆਂ ਗਈਆਂ, ਸਬੂਤ ਇਕੱਠੇ ਕੀਤੇ ਗਏ ਨੇ ਕਿ ਕਈ ਬੱਚੇ ਪਿਛਲੇ ਜਨਮਾਂ ਦੀ ਸਾਰੀ ਹਕੀਕਤ ਦੱਸਦੇ ਆ। ਤੇ ਫਿਰ ਉਹ ਪਤਾ ਕਰਨ ਤੋਂ ਪਤਾ ਲੱਗਦਾ ਕਿ ਜਿਹੜੀ ਪਿਛਲੇ ਜਨਮ ਵਿੱਚ ਅਵਸਥਾ ਸੀ ਉਹਨਾਂ ਦੀ, ਜਿੱਥੇ ਅੰਤ ਹੋਇਆ ਸਰੀਰ ਦਾ, ਐਸ ਅਗਲੇ ਜਨਮ ਵਿੱਚ ਵੀ ਉਸ ਤਰ੍ਹਾਂ ਦੇ ਲੱਛਣ ਉਹਨਾਂ 'ਚ ਪਾਏ ਗਏ। ਔਰ ਇਸੇ ਪ੍ਰਕਾਰ ਇੱਕ ਚੋਟ ਹੁੰਦੀ ਹੈ ਸਤਸੰਗ ਕਰਦਿਆਂ ਗੁਰੂ ਕੇ ਸ਼ਬਦ ਦੀ ਚੋਟ। ਚਾਹੇ ਕਿਸੇ ਸਾਧੂ ਸੰਤ ਮਹਾਤਮਾ ਦੇ ਬਚਨ ਸੁਣ ਕੇ ਮਨ ਨੂੰ ਚੋਟ ਵੱਜੇ ਤੇ ਫਿਰ ਕੋਈ ਸੰਸਾਰ ਵੱਲੋਂ ਬੈਰਾਗੀ ਹੋ ਕੇ ਪ੍ਰਮਾਤਮਾ ਨਾਲ ਜੁੜੇ। ਤੇ ਤੀਸਰੀ ਹੁੰਦੀ ਹੈ ਸੰਸਾਰ ਵੱਲੋਂ ਕੋਈ ਚੋਟ ਵੱਜਣੀ, ਜਿਹਦੇ ਨਾਲ ਆਤਮ ਮੁਹੱਬਤ, ਤੁਸੀਂ ਪਿਆਰ ਕਰਦੇ ਹੋ, ਪ੍ਰੇਮ ਕਰਦੇ ਹੋ, ਤੇ ਉਹਨੂੰ ਸਿਆਣ ਗਿਆਨ ਨਾ ਹੋਵੇ ਜਾਂ ਤੁਹਾਨੂੰ ਧੋਖਾ ਦੇ, ਨਿਰਾਸ਼ਤਾ ਤੁਹਾਡੇ ਪੱਲੇ ਪਏ ਤੇ ਫਿਰ ਚੋਟ ਵੱਜਦੀ। ਤੇ ਇਹ ਜਿਹੜੀਆਂ ਸੰਸਾਰ ਵੱਲੋਂ ਚੋਟਾਂ ਵੱਜਦੀਆਂ, ਇਹਦੇ ਨਾਲ ਪ੍ਰਭਾਵ ਵੀ ਵੱਖਰਾ ਵੱਖਰਾ ਪੈਂਦਾ। ਸੰਸਾਰ ਦੀ ਚੋਟ ਵੱਜਣ ਨਾਲ ਕੁਝ ਦਿਮਾਗੀ ਤੌਰ ਤੇ ਪਾਗਲ ਹੋ ਜਾਂਦਾ, ਕੁਝ ਖੁਦਕਸ਼ੀ ਕਰ ਜਾਂਦਾ। ਰੱਬ ਦੀ ਮਿਹਰ ਹੋਵੇ ਤੇ ਸੰਸਾਰੀ ਚੋਟ ਵੱਜਣ ਨਾਲ ਵੀ ਕਈ ਵਾਰੀ ਬੈਰਾਗੀ ਹੋ ਕੇ ਕੋਈ ਭਗਤੀ ਕਰਨ ਵਿੱਚ ਲੱਗ ਜਾਂਦਾ, ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜ ਜਾਂਦਾ। ਸੋ ਇਸ ਸ਼੍ਰੇਣੀ 'ਚ ਰਾਜਾ ਭਰਥਰੀ ਜੀ, ਰਾਜਾ ਗੋਪੀ ਚੰਦ ਜੀ ਹੋਏ ਨੇ। ਸੰਸਾਰ ਵੱਲੋਂ ਚੋਟ ਵੱਜੀ ਤੇ ਫਿਰ ਉਹ ਇਸ ਮਾਰਗ ਤੇ ਚੱਲੇ। ਭਰਥਰੀ ਖਾਸ ਕਰਕੇ ਰਾਣੀ ਪਿੰਗਲਾ ਜੋ ਕਿ ਧੋਖੇਬਾਜ਼ ਸੀ, ਆਪ ਰਾਜਾ ਭਰਥਰੀ ਅਤਿਅੰਤ ਮੁਹੱਬਤ ਉਹਦੇ ਨਾਲ ਕਰਦਾ ਸੀ। ਆਪ ਵਿਰਾਗ ਸ਼ਤਕ ਵਿੱਚ ਉਹਨਾਂ ਖੁਦ ਆਪਣਾ ਬਚਨ ਲਿਖਿਆ ਆਰੰਭ ਵਿੱਚ ਹੀ ਕਿ ਮੈਂ ਕਿਉਂ ਜੋਗੀ ਬਣਿਆ, ਕਿਉਂ ਰਾਜ ਛੱਡਿਆ। ਚੋਟ ਵੱਜੀ ਸੀ ਰਾਣੀ ਵੱਲੋਂ, ਕਿਉਂਕਿ ਜਿਹਦੇ ਨਾਲ ਮੁਹੱਬਤ ਕਰਦਾ ਸੀ ਉਹਦੀ ਕਿਸੇ ਹੋਰ ਨਾਲ ਮੁਹੱਬਤ ਸੀ। ਇਤਿਆਦ। ਸੋ ਇਉਂ ਇਹ ਮਹਾਂਪੁਰਸ਼ ਜਨਮ ਤੋਂ ਹੀ ਕੁਛ ਆਪਣੇ ਨਾਲ ਲੈ ਕੇ ਆਏ ਸਨ ਧੁਰੋਂ ਹੀ। ਤੇ ਬਾਬਾ ਜੀ ਦੇ ਤਾਇਆ ਜੀ ਦੇ ਪੁੱਤਰ ਭਰਾ ਬਜ਼ੁਰਗ ਮੈਨੂੰ ਮਿਲੇ ਸਨ। ਉਹਨਾਂ ਦੱਸਿਆ ਸੀ ਕਿ ਸਾਨੂੰ ਉਦੋਂ ਪਤਾ ਨਹੀਂ ਸੀ, ਅਸੀਂ ਵੀ ਛੋਟੀ ਉਮਰ ਦੇ ਬੱਚੇ ਸਾਂ, ਤੇ ਜਦੋਂ ਅਸੀਂ ਪਸ਼ੂ ਚਰਾਉਣ ਵਾਸਤੇ ਜਾਂਦੇ ਸਾਂ, ਅਸੀਂ ਤਾਂ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਸਾਂ, ਪਰ ਇਹ ਠਾਕੁਰ ਸਿੰਘ ਦਾ ਸੁਭਾਅ ਐਸਾ ਸੀ ਕਿ ਸਾਡੇ ਨਾਲ ਖੇਡਦਾ ਨਹੀਂ ਸੀ। ਔਰ ਇਹ ਇੱਕ ਝਾੜੀ ਤੇ ਪਰਨਾ ਪਾ ਕੇ ਉਹਦੀ ਛਾਵੇਂ ਬੈਠਾ ਰਹਿੰਦਾ ਸੀ
ਉਦੋਂ ਪ੍ਰਮਾਤਮਾ ਦਾ ਭਜਨ ਕਰਦਾ ਹੋਏਗਾ, ਸਿਮਰਨ ਕਰਦਾ ਹੋਵੇਗਾ। ਇਹ ਉਹਦੀ ਵਰਡਿੰਗ ਸੀ ਬਜ਼ੁਰਗ ਦੀ ਕਿ ਸਾਨੂੰ ਨਹੀਂ ਸੀ ਪਤਾ। ਔਰ ਦੂਸਰਾ ਇਹਨਾਂ 'ਚ ਇਹ ਸੀ ਸੁਭਾਅ ਕਿ ਕਿਸੇ ਪਸ਼ੂ ਨੂੰ ਕਦੇ ਸੋਟਾ ਨਹੀਂ ਸੀ ਮਾਰਦੇ। ਪਰਨੇ ਨਾਲ, ਜਿਹੜਾ ਮੁੱਢ ਤੇ ਪਰਨਾ ਹੁੰਦਾ ਸੀ, ਉਹਦੇ ਨਾਲ ਹੀ ਰੋਕ ਮੋੜਦੇ ਸਨ ਤੇ ਪਸ਼ੂਆਂ ਨੂੰ ਚੰਗਾ ਚੰਗਾ ਵਧੀਆ ਹਰਾ ਘਾਹ ਜਿੱਥੇ ਹੁੰਦਾ ਸੀ ਉੱਥੇ ਚਰਾਉਣ ਵਾਸਤੇ ਛੱਡਦੇ ਸੀ ਤੇ ਪਸ਼ੂਆਂ ਦਾ ਬੜਾ ਧਿਆਨ ਰੱਖਦੇ ਸੀ। ਇਹ ਤੇ ਯਾਦ ਹੈ। ਔਰ ਇੰਜ ਪਿਤਾ ਜੀ ਦੀ ਆਗਿਆ ਅਨੁਸਾਰ ਬਾਬਾ ਜੀ ਵਾਹੀ ਖੇਤੀ ਦੇ ਕਾਰੋਬਾਰ ਵਿੱਚ ਵੀ ਲੱਗੇ ਰਹੇ, ਪਰ ਦੂਜਿਆਂ ਤੋਂ ਭਿੰਨ ਰਹਿੰਦੇ ਸਨ। ਇਹਨਾਂ ਦੇ ਪਿਤਾ ਜੀ ਕਹਿੰਦੇ ਸਨ ਪੁੱਤਰ ਤਾਂ ਹੋਰ ਵੀ ਹਨ, ਪਰ ਠਾਕਰ ਸਿੰਘ ਵਰਗਾ ਆਗਿਆਕਾਰੀ ਕੋਈ ਨਹੀਂ ਹੈ। ਔਰ ਇਸ ਪ੍ਰਕਾਰ ਆਪ ਜੀ ਬੜੇ ਗੈਰ ਗੰਭੀਰ ਰਹਿੰਦੇ ਸਨ। ਫਿਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਭਿੱਖੀਵਿੰਡ ਦੇ ਨਜ਼ਦੀਕ ਮਾੜੀ ਮੇਘਾ ਪਿੰਡ ਹੈ, ਉੱਥੋਂ ਦੇ ਇੱਕ ਭਾਈ ਕੇਸਰ ਸਿੰਘ ਸਨ। ਉਹਨਾਂ ਦੇ ਸੁਪੁੱਤਰ ਗਿਆਨੀ ਭਗਵਾਨ ਸਿੰਘ ਜੀ ਬੜੇ ਵੱਡੇ ਕਥਾਵਾਚਕ ਗਿਆਨੀ ਵਿਦਵਾਨ ਹੋਏ। ਇੱਕ ਦੋ ਕਿਤਾਬਾਂ ਵੀ ਉਹਨਾਂ ਪੁਰਾਣੇ ਸਮੇਂ ਲਿਖੀਆਂ ਜੋ ਅੱਜ ਮਿਲਦੀਆਂ ਨਹੀਂ। ਮੈਂ ਖੋਜ ਕਰ ਰਿਹਾ ਸੀ, ਯਤਨ ਕੀਤਾ ਸੀ ਕਿ ਉਹ ਕਿਤਾਬਾਂ ਮਿਲਣ, ਪਰ ਕਿਧਰੋਂ ਮਿਲੀਆਂ ਨਹੀਂ। ਉਹ ਗਿਆਨੀ ਭਗਵਾਨ ਸਿੰਘ ਦੇ ਪਿਤਾ ਜੀ ਭਾਈ ਕੇਸਰ ਸਿੰਘ ਜੀ, ਉਹਨਾਂ ਦਾ ਬਾਬਾ ਠਾਕਰ ਸਿੰਘ ਦੇ ਪਿਤਾ ਜੀ ਨਾਲ ਕਾਫੀ ਰਸੂਖ ਸੀ, ਸੰਬੰਧ ਸੀ, ਪਿਆਰ ਸੀ ਬਾਬਾ ਬਹਾਦਰ ਸਿੰਘ ਜੀ ਨਾਲ। ਤੇ ਉਹਨਾਂ ਨਾਲ ਬਾਬਾ ਬਹਾਦਰ ਸਿੰਘ ਜੀ ਨੇ ਬਚਨ ਕੀਤਾ ਕਿ ਮੇਰੇ ਪੁੱਤਰ ਠਾਕੁਰ ਸਿੰਘ ਦਾ ਘਰ ਵਿੱਚ ਦਿਲ ਨਹੀਂ ਲੱਗਦਾ, ਇਹਦਾ ਕੋਈ ਸੁਭਾਅ ਹੋਰ ਹੀ ਤਰ੍ਹਾਂ ਦਾ, ਸਾਧੂ ਬਿਰਤੀ ਹੈ, ਤੇ ਕੀ ਕਰੀਏ ਇਹਦੇ ਬਾਰੇ। ਤਾਂ ਭਾਈ ਕੇਸਰ ਸਿੰਘ ਨੇ ਕਿਹਾ ਕਿ ਭਿੰਡਰਾਂ ਵਾਲੇ ਸੰਤ ਸੁੰਦਰ ਸਿੰਘ ਖਾਲਸਾ ਜੀ ਦੀ ਬਰਸੀ ਮਨਾਈ ਜਾਂਦੀ ਹੈ ਭਿੰਡਰਾਂ ਵਿੱਚ। ਉੱਥੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਰਹਿੰਦੇ ਨੇ, ਜਥਾ ਲੈ ਕੇ ਉਹ ਪ੍ਰਚਾਰ ਦੌਰਿਆਂ ਤੇ ਜਾਂਦੇ ਨੇ। ਉੱਥੇ ਬਰਸੀ ਤੇ ਇਹ ਠਾਕੁਰ ਸਿੰਘ ਨੂੰ ਲੈ ਕੇ ਚੱਲਾਂਗੇ। ਤਾਂ ਫਿਰ ਉੱਥੇ ਲੈ ਕੇ ਗਏ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੂੰ ਬੇਨਤੀ ਕੀਤੀ ਤਾਂ ਮਹਾਂਪੁਰਸ਼ਾਂ ਨੇ ਇੱਕ ਵਾਰੀ ਵੀ ਨਾ ਨਹੀਂ ਕੀਤੀ। ਉਹਨਾਂ ਦਾ ਇਹ ਨਿਯਮ ਸੀ ਕਿ ਜਦੋਂ ਕੋਈ ਜਥੇ ਵਿੱਚ ਸਿੰਘ ਭਰਤੀ ਕਰਾਇਆ ਜਾਂਦਾ ਸੀ, ਉਹ ਮਸਤਕ ਵੱਲ ਵੇਖ ਕੇ ਦੱਸ ਦਿੰਦੇ ਸੀ ਕਿ ਇਹ ਸਾਡੀ ਜਥੇਬੰਦੀ ਜਥੇ 'ਚ ਰਹਿ ਸਕਦਾ ਕਿ ਨਹੀਂ, ਇਹਦੇ ਭਾਗਾਂ 'ਚ ਦਾਦ ਹੈ ਕਿ ਨਹੀਂ। ਉਹ ਨਾ ਕਰ ਦਿੰਦੇ ਸਨ ਬਹੁਤਿਆਂ ਨੂੰ। ਜਿਹੜਾ ਕੋਈ ਭਾਗਾਂ ਵਾਲਾ ਐਸਾ ਗੁਰਮੁਖ ਹੁੰਦਾ ਸੀ ਉਹਨੂੰ ਹੀ ਉਹ ਰੱਖਦੇ ਸਨ। ਤੇ ਇੱਕ ਵਾਰੀ ਵੀ ਮਹਾਂਪੁਰਸ਼ਾਂ ਨਾ ਨਹੀਂ ਕੀਤੀ। ਇਹਨਾਂ ਨੂੰ ਆਪਣੀ ਜਥੇਬੰਦੀ 'ਚ ਦਮਦਮੀ ਟਕਸਾਲ ਵਿੱਚ ਆਪਣੇ ਜਥੇ ਵਿੱਚ ਉਹਨਾਂ ਭਰਤੀ ਕਰ ਲਿਆ। ਫਿਰ ਮਹਾਂਪੁਰਸ਼ਾਂ ਨੇ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ 2 ਵਾਰੀ ਇਹਨਾਂ ਨੂੰ ਸੰਥਿਆ ਕਰਾਈ। ਔਰ ਬਾਬਾ ਜੀ ਇਹਨਾਂ ਦੇ ਨਾਲ ਵਿਚਰਦੇ ਰਹੇ। ਫਿਰ ਲੰਗਰ ਵਿੱਚ ਸੇਵਾ ਵੀ ਆਪ ਬੇਅੰਤ ਕਰਦੇ ਸਨ। ਆਪ ਜੀ ਨੂੰ ਸੇਵਾ ਸਿਮਰਨ ਦਾ ਹੀ ਸ਼ੌਕ ਸੀ। ਹੋਰ ਗੱਲਬਾਤ ਬਾਬਾ ਜੀ ਉਸ ਸਮੇਂ ਵੀ ਬਹੁਤ ਘੱਟ ਕਰਦੇ ਸਨ। 1945 ਵਿੱਚ ਦੱਸਦੇ ਨੇ ਕਿ ਇੰਜ ਜਥੇਬੰਦੀ ਵਿੱਚ ਬਾਬਾ ਜੀ ਆਏ। 1915 ਜਨਮ ਹੋਇਆ ਸੀ। 30 ਸਾਲ ਦੀ ਉਮਰ ਵਿੱਚ ਉਦੋਂ ਆਪ ਜੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੇ ਜਥੇ ਨਾਲ ਰਲੇ ਨੇ। ਤੇ ਬਾਬਾ ਜੀ ਨੇ ਇਹ ਵੀ ਬਚਨ ਦੱਸਿਆ ਸੀ ਆਪ ਕਿ ਜਦੋਂ ਮਹਾਂਪੁਰਸ਼ਾਂ ਕੋਲੋਂ ਵਿਦਿਆ ਪੜ੍ਹ ਲਈ, ਜੋ ਮਾਰਗ ਪ੍ਰਾਪਤ ਕਰਨਾ ਸੀ ਕਰ ਲਿਆ। ਅਸਲ ਵਿੱਚ ਮਹਾਂਪੁਰਸ਼ਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਚੁੱਕੀ ਸੀ, ਅਨੁਭਵੀ ਗਿਆਨ ਦੀ। ਤੇ ਬਾਬਾ ਜੀ ਕਹਿੰਦੇ ਮੈਂ ਫੁਰਨਾ ਕੀਤਾ ਕਿ ਹੁਣ ਮੈਂ ਘਰ ਚਲਾ ਜਾਵਾਂ, ਮਾਤਾ ਪਿਤਾ ਦੀ ਸੇਵਾ ਕਰਾਂ। ਕਿਉਂਕਿ ਭਾਈ ਗੁਰਦਾਸ ਦੇ ਜਿਹੜੇ ਬਚਨ ਹਨ, ਮਾਂ ਪਿਓ ਪਰ ਹਰ ਸੁਣੈ ਵੇਦ ਭੇਦ ਨਾ ਜਾਣੈ, ਕਥਾ ਕਹਾਣੀ ਆਦਿਕ। ਜੇ ਮੈਂ ਮਾਤਾ ਪਿਤਾ ਦੀ ਸੇਵਾ ਨਾ ਕੀਤੀ ਤਾਂ ਮੈਨੂੰ ਪਾਪ ਲੱਗੇਗਾ। ਇਸ ਖਿਆਲ ਦੇ ਨਾਲ ਮਹਾਂਪੁਰਸ਼ਾਂ ਦੇ ਕੋਲੋਂ ਆਗਿਆ ਲੈਣੀ ਸੀ। ਤੇ ਇੱਕ ਪਿੰਡ ਦੇ ਵਿੱਚ ਜਥਾ ਉਦੋਂ ਗਿਆ ਹੋਇਆ ਸੀ ਤੇ ਬਾਬਾ ਜੀ ਇੱਕ ਨਹਿਰ ਦੇ ਕੰਢੇ ਤੇ ਕਿੱਕਰ ਦਾ ਰੁੱਖ ਸੀ, ਉਹਦੀ ਛਾਵੇਂ ਕੁਝ ਆਰਾਮ ਕਰਨ ਲਈ ਦੁਪਹਿਰ ਦੇ ਵਕਤ ਬਿਰਾਜੇ ਹੋਏ ਸੀ। ਉੱਥੇ ਫਿਰ ਇੱਕ ਸ਼ਹੀਦ ਸਿੰਘ ਦੇ ਦਰਸ਼ਨ ਹੋਏ ਬਾਬਾ ਜੀ ਨੂੰ। ਤੇ ਉਹਨਾਂ ਕਿਹਾ ਭਾਈ ਠਾਕਰ ਸਿੰਘ ਜੀ, ਤੁਸੀਂ ਘਰ ਜਾਣ ਦਾ ਫੁਰਨਾ ਨਾ ਕਰੋ। ਤੁਹਾਡੀ ਜੋ ਵਾਹਿਗੁਰੂ ਨੇ ਡਿਊਟੀ ਲਾਈ ਹੈ, ਸੇਵਾ ਲਾਈ ਹੋਈ ਹੈ, ਤੁਸੀਂ ਸੇਵਾ ਕਰਨ ਵਾਸਤੇ ਆਏ ਹੋ, ਉਹ ਅੱਜ ਸੇਵਾ ਤੁਹਾਨੂੰ ਮਿਲਣ ਵਾਲੀ ਹੈ। ਤੁਸੀਂ ਘਰ ਜਾਣ ਦਾ ਫੁਰਨਾ ਛੱਡ ਦਿਓ। ਤੇ ਫਿਰ ਉਹ ਸਿੰਘ ਸ਼ਹੀਦ ਸਿੰਘ ਜੋ ਸੀ ਅਲੋਪ ਹੋ ਗਿਆ। ਤੇ ਉਧਰੋਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੇ ਗੜਵਈ ਸਿੰਘ ਸਨ ਭਾਈ ਕਰਮ ਸਿੰਘ ਜੀ, ਉਹਨਾਂ ਦਾ ਆਨੰਦ ਕਾਰਜ ਹੋ ਗਿਆ ਸੀ। ਤੇ ਉਹਨਾਂ ਨੇ ਫਿਰ ਘਰ ਜਾਣ ਲਈ ਆਗਿਆ ਮੰਗ ਲਈ। ਮਹਾਂਪੁਰਸ਼ਾਂ ਨੇ ਬੜੀ ਖੁਸ਼ੀ ਨਾਲ ਉਹਨਾਂ ਨੂੰ ਜਥਾ ਛੱਡ ਕੇ ਘਰ ਜਾਣ ਦੀ ਆਗਿਆ ਦੇ ਦਿੱਤੀ। ਤੇ ਫਿਰ ਸੰਤਾਂ ਨੇ ਸਾਰਾ ਜਥਾ ਇਕੱਠਾ ਕਰਕੇ ਬਚਨ ਕੀਤਾ, ਭਾਈ 2 ਸਿੰਘ ਸਾਡੇ ਨਾਲ 24 ਘੰਟੇ ਰਹਿਣ ਵਾਸਤੇ ਚਾਹੀਦੇ ਨੇ। ਤੇ ਦੱਸੋ, ਕੁਝ ਲੋਕ ਸਿੰਘਾਂ ਨੇ ਹੱਥ ਖੜੇ ਕੀਤੇ, ਪਰ ਜਿਹੜਾ ਹੱਥ ਖੜਾ ਕਰਦਾ ਸੀ ਮਹਾਂਪੁਰਸ਼ ਨੂੰ ਰੋਕ ਦਿੰਦੇ ਸੀ, ਨਹੀਂ ਭਾਈ
ਸਾਡੇ ਨਾਲ ਰਹਿਣਾ 24 ਘੰਟੇ ਤੇਰੇ ਵੱਸ ਦੀ ਗੱਲ ਨਹੀਂ, ਤੂੰ ਇਹ ਸੇਵਾ ਨਿਭਾ ਨਹੀਂ ਸਕੇਗਾ। ਤੇ ਫਿਰ ਬਾਬਾ ਠਾਕੁਰ ਸਿੰਘ ਨੂੰ ਆਪ ਮਹਾਂਪੁਰਸ਼ਾਂ ਨੇ ਕਿਹਾ, ਭਾਈ ਠਾਕੁਰ ਸਿੰਘ ਜੀ ਤੁਹਾਡਾ ਕੀ ਖਿਆਲ ਆ? ਹੱਥ ਜੋੜ ਕੇ ਨੇ ਕਿਹਾ, ਜੀ ਜੋ ਤੁਹਾਡੀ ਆ ਗਿਆ। ਤਾਂ ਮਹਾਂਪੁਰਸ਼ ਕਹਿੰਦੇ, ਫਿਰ ਤੂੰ ਹੁਣ ਮੇਰੇ ਨਾਲ ਰਿਹਾ ਕਰੇਗਾ ਅੱਠੇ ਪੈਰ। ਤਾਂ ਫਿਰ ਬਾਬਾ ਜੀ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨਾਲ ਉਹਨਾਂ ਦੇ ਗੜਵਈ ਦੇ ਤੌਰ ਤੇ ਰਹਿ ਪਏ। ਤੇ ਬਾਬਾ ਜੀ ਦੱਸਦੇ ਸਨ ਆਪ ਕਿ ਸਾਰਾ ਦਿਨ ਉਹਨਾਂ ਦਾ ਹੁਕਮ ਮੰਨ ਕੇ ਜੋ ਉਹਨਾਂ ਸੇਵਾ ਕਹਿਣੀ ਉਹ ਕਰਨੀ, ਤੇ ਰਾਤ ਨੂੰ ਵੀ ਉਹਨਾਂ ਦੇ ਦਰਵਾਜ਼ੇ ਅੱਗੇ ਕੰਧ ਨਾਲ ਢੋਲ ਆ ਕੇ ਬੈਠ ਕੇ ਹੀ ਮੈਂ ਸੌਂਦਾ ਸੀ। ਕੁਝ ਸਮਾਂ ਨੀਂਦ ਆ ਜਾਏ ਤੇ ਆ ਜਾਏ, ਨਹੀਂ ਤੇ ਨਾ ਸਹੀ। ਭਈ ਇਹ ਸ਼ੌਂਕ ਹੁੰਦਾ ਸੀ ਕਿ ਰਾਤ ਵੀ ਕੋਈ ਸੇਵਾ ਮਿਲੇ ਤੇ ਕਰਾਂ। ਤੇ ਸਾਲ ਭਰ ਮਹਾਂਪੁਰਸ਼ਾਂ ਨੇ ਪ੍ਰੀਖਿਆ ਵੀ ਬੜੀ ਕੀਤੀ। ਇਹ ਵੀ ਕਿਹਾ ਸੀ ਕਿ ਤੂੰ ਘਰ ਨੂੰ ਚਲਿਆ ਜਾ। ਤੇ ਬਾਬਾ ਜੀ ਕਹਿੰਦੇ, ਮਹਾਂਪੁਰਸ਼ੋ ਮੇਰਾ ਹੋਰ ਕੋਈ ਥਾਂ ਹੀ ਨਹੀਂ, ਮੈਂ ਕਿੱਥੇ ਜਾਵਾਂ। ਫਿਰ ਇੰਜ ਵੀ ਵਾਪਰਿਆ ਕਿ ਬਾਬਾ ਜੀ ਦੇ ਮਾਤਾ ਪਿਤਾ ਆਏ ਮਹਾਂਪੁਰਸ਼ਾਂ ਦੇ ਕੋਲ ਕਿ ਠਾਕੁਰ ਸਿੰਘ ਜੀ ਦਾ ਵਿਆਹ ਕਰਨ ਦੀ ਇੱਛਾ ਜੀ, ਇਹਨੂੰ ਘਰ ਭੇਜੋ, ਇਹਦੀ ਮੰਗਣੀ ਕਰਦੀ, ਵਿਆਹ ਕਰਦੀ। ਤੇ ਮਹਾਂਪੁਰਸ਼ਾਂ ਨੇ ਬਾਬਾ ਠਾਕੁਰ ਸਿੰਘ ਨੂੰ ਆਪਣੇ ਕੋਲ ਸੱਦਿਆ ਤੇ ਇੰਨਾ ਹੀ ਬਚਨ ਕੀਤਾ ਕਿ ਭਾਈ ਠਾਕੁਰ ਸਿੰਘ ਜੀ ਜਾਓ ਆਪਣੇ ਮਾਤਾ ਪਿਤਾ ਨਾਲ ਵਿਆਹ ਕਰਾਓ। ਤੇ ਉਸ ਵੇਲੇ ਬਾਬਾ ਜੀ ਨੇ ਕਿਹਾ, ਮਹਾਂਪੁਰਸ਼ੋ ਇੰਨਾ ਕੁ ਬਚਨ ਰਹਿਣ ਦਿਓ, ਇਹਨੂੰ ਅੱਗੇ ਹੋਰ ਬਚਨ ਨਾ ਕਰਿਓ। ਤਾਂ ਬਾਬਾ ਜੀ ਦਾ ਆਨੰਦ ਕਾਰਜ ਤਾਂ ਹੋਇਆ ਤੇ ਫਿਰ ਆ ਗਏ ਜਥੇ ਵਿੱਚ। ਫਿਰ ਮਾਤਾ ਪਿਤਾ ਆਏ ਜੀ, ਇਹਨਾਂ ਨੂੰ ਲੈ ਕੇ ਜਾਣਾ, ਮੁਕਲਾਵਾ ਲੈ ਕੇ ਆਉਣਾ। ਤੇ ਉਸ ਵੇਲੇ ਮਹਾਂਪੁਰਸ਼ਾਂ ਨੇ ਇਹ ਨਹੀਂ ਫਿਰ ਕਿਹਾ ਵੀ ਭਾਈ ਠਾਕੁਰ ਸਿੰਘ ਜੀ ਜਾਓ ਤੁਸੀਂ ਮੁਕਲਾਵਾ ਲੈ ਆਓ, ਆਪਣੇ ਘਰ ਰਹੋ ਜਾ ਕੇ। ਕਹਿੰਦੇ ਠਾਕੁਰ ਸਿੰਘ ਜੀ ਮਾਤਾ ਪਿਤਾ ਇੰਝ ਕਹਿੰਦੇ ਨੇ। ਤੇ ਮਹਾਂਪੁਰਸ਼ਾਂ ਨੇ ਹੱਥ ਜੋੜੀ ਰੱਖੇ। ਤੇ ਫਿਰ ਸੰਤ ਗਿਆਨੀ ਗੁਰਬਚਨ ਸਿੰਘ ਕਹਿਣ ਲੱਗੇ ਵੀ ਇਹਦਾ ਇੰਨਾ ਹੀ ਸੰਬੰਧ ਸੀ ਉਸ ਬੀਬੀ ਨਾਲ, ਇਹਦੇ ਚਿੱਤ 'ਚ ਵਿਰਾਗ ਬਹੁਤ ਆ, ਸੰਸਾਰ ਨਾਲ ਇਹਨੂੰ ਲਗਾ ਕੋਈ ਨਹੀਂ, ਤੇ ਇਹਨੂੰ ਘਰ ਲਿਜਾਣਾ, ਗ੍ਰਸਤੀ ਬਣਾ ਕੇ ਘਰ ਵਸਾਉਣਾ ਇਹ ਇਹਦੇ ਜਿਵੇਂ ਨਹੀਂ ਹੈ। ਤੇ ਬਸ ਇੰਨਾ ਹੀ ਸੰਬੰਧ ਸੀ, ਤੁਸੀਂ ਚਲੇ ਜਾਓ, ਉਸ ਬੀਬੀ ਨੂੰ ਹੋਰ ਕਿਤੇ ਵਿਆਹ ਦੇਣਗੇ ਮਾਤਾ ਪਿਤਾ, ਇਹ ਠਾਕੁਰ ਸਿੰਘ ਜਾਏਗਾ ਨਹੀਂ। ਤਾਂ ਫਿਰ ਮਾਤਾ ਪਿਤਾ ਮੁੜ ਗਏ ਸੀ। ਫਿਰ ਉਸ ਬੀਬੀ ਜੀ ਨੂੰ ਹੋਰ ਕਿਤੇ ਵਿਆਹ ਦਿੱਤਾ ਸੀ। ਇਸ ਪ੍ਰਕਾਰ ਇਉਂ ਬਾਬਾ ਜੀ ਵਿਰਾਗੀ ਤਿਆਗੀ ਬਣ ਕੇ ਮਹਾਂਪੁਰਸ਼ਾਂ ਦੀ ਸੇਵਾ 'ਚ ਲੱਗੇ ਰਹੇ। 22 ਸਾਲ ਆਪ ਜੀ ਨੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੇ ਗੜਵਈ ਦੀ ਸੇਵਾ ਨਿਭਾਈ। ਤੇ ਉਹਨਾਂ ਸਮਿਆਂ 'ਚ ਆਪ ਜੀ ਸੇਵਾ ਸਿਮਰਨ ਵਿੱਚ ਹੀ ਰਤੇ ਰਹੇ। ਤੇ ਇੱਕ ਦਿਨ ਮਹਾਂਪੁਰਸ਼ਾਂ ਨੇ ਆਪ ਇਹਨਾਂ ਵਾਸਤੇ ਅਰਦਾਸ ਕੀਤੀ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ, ਭਾਈ ਠਾਕੁਰ ਸਿੰਘ ਨੇ ਮੇਰੀ ਬਹੁਤ ਸੇਵਾ ਕੀਤੀ ਹੈ ਤੇ ਇਹਨਾਂ ਨੂੰ ਤੁਸੀਂ ਬ੍ਰਹਮ ਗਿਆਨ ਦੀ ਦਾਤ ਬਖਸ਼ੋ, ਬ੍ਰਹਮ ਗਿਆਨ ਵਿੱਚ ਲੀਨ ਕਰ ਦਿਓ। ਤਾਂ ਸਤਿਗੁਰੂ ਮਹਾਰਾਜ ਨੇ ਉਹ ਆਤਮ ਗਿਆਨ, ਬ੍ਰਹਮ ਗਿਆਨ ਬਖਸ਼ ਦਿੱਤਾ ਆਪ ਜੀ ਨੂੰ। ਤੇ ਇਸੇ ਪ੍ਰਕਾਰ ਬਾਬਾ ਜੀ ਦੱਸਦੇ ਸਨ ਕਿ ਇੱਕ ਦਿਨ ਮਹਾਂਪੁਰਸ਼ ਇਸ਼ਨਾਨ ਕਰ ਰਹੇ ਸੀ ਤੇ ਮੈਂ ਕੋਲ ਖੜਾ ਸੀ। ਤੇ ਜਦੋਂ ਇਸ਼ਨਾਨ ਕਰ ਹਟੇ, ਬਾਕੀ ਸਿੰਘ ਪਾਸੇ ਚਲੇ ਗਏ। ਮਹਾਂਪੁਰਸ਼ਾਂ ਨੇ ਕਛਹਿਰਾ ਬਦਲਣਾ ਸੀ ਤੇ ਉਦੋਂ ਇਕੱਲਿਆਂ ਜਾਣ ਕੇ ਮੈਂ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਮੇਰਾ ਅਗਲਾ ਜਨਮ ਕਿੱਥੇ ਹੋਵੇਗਾ। ਤਾਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਕਹਿਣ ਲੱਗੇ, ਭਾਈ ਠਾਕੁਰ ਸਿੰਘ ਜੀ ਤੁਸੀਂ ਜੰਮਣ ਮਰਨ ਤੋਂ ਰਹਿਤ ਹੋ, ਤੁਸੀਂ ਜੀਵਨ ਮੁਕਤ ਹੋ ਚੁੱਕੇ ਹੋ, ਤੁਹਾਡਾ ਅਗਾਂਹ ਜਨਮ ਨਹੀਂ ਕੋਈ ਵੀ ਹੋਣਾ, ਹੁਣ ਵੀ ਨਹੀਂ ਸੀ ਤੁਸੀਂ ਆਉਣਾ। ਸਿਰਫ ਇਹ ਕੁਝ ਖਾਸ ਸੇਵਾ ਵਾਸਤੇ ਗੁਰੂ ਮਹਾਰਾਜ ਨੇ ਤੁਹਾਨੂੰ ਭੇਜਿਆ ਸੀ। ਤੇ ਸਾਡੀ ਇੱਛਾ ਹੈ ਕਿ ਜਦੋਂ ਅਸੀਂ ਸੱਚਖੰਡ ਨੂੰ ਜਾਈਏ ਤੁਹਾਨੂੰ ਨਾਲ ਹੀ ਲੈ ਚੱਲੀਏ। ਤੇ ਬਾਬਾ ਜੀ ਕਹਿੰਦੇ ਜਦੋਂ ਇੰਜ ਮਹਾਂਪੁਰਸ਼ਾਂ ਕਿਹਾ ਤੇ ਇੱਕਦਮ ਮੇਰੇ ਮਨ 'ਚ ਇੱਕ ਫੁਰਨਾ ਆਇਆ। ਸਿਰਫ ਫੁਰਨਾ ਆਇਆ, ਮੈਂ ਬੋਲਿਆ ਨਹੀਂ। ਤੇ ਫੁਰਨੇ 'ਚ ਇਹ ਗੱਲ ਹੋਈ ਕਿ ਮਹਾਂਪੁਰਸ਼ੋ ਤੁਹਾਡੀ ਸੇਵਾ ਕਰਕੇ ਤਾਂ ਖੁਸ਼ੀ ਲੈ ਲਈ ਹੈ। ਵਿਰਾਗ ਹੀ ਇੰਨਾ ਸੀ ਚਿੱਤ ਵਿੱਚ, ਭਾਵਨਾ ਐਸੀ ਕਿ ਤੁਹਾਡੀ ਸੇਵਾ ਕਰਕੇ ਤਾਂ ਖੁਸ਼ੀਆਂ ਲੈ ਲਈਆਂ, ਪਰ ਤੁਹਾਡੇ ਜੋ ਵਿਦਿਆਰਥੀ ਸਿੰਘ ਨੇ, ਬੜੇ ਬੜੇ ਵਿਦਵਾਨ, ਗੁਰਮੁਖ, ਉੱਚੇ ਜੀਵਨ ਵਾਲੇ, ਭਜਨ ਬੰਦਗੀ ਵਾਲੇ ਹਨ, ਤੇ ਮੈਂ ਉਹਨਾਂ ਦੀ ਸੇਵਾ ਕਰਕੇ ਵੀ ਖੁਸ਼ੀਆਂ ਲੈ ਲਵਾਂ। ਤੇ ਮਹਾਂਪੁਰਸ਼ ਫਿਰ ਕਹਿਣ ਲੱਗੇ, ਭਾਈ ਠਾਕੁਰ ਸਿੰਘ ਜੀ ਤੁਸੀਂ ਫੁਰਨਾ ਕਰ ਲਿਆ, ਸਾਡੀ ਤਾਂ ਇੱਛਾ ਸੀ ਨਾਲ ਲੈ ਜਾਂਦੇ, ਪਰ ਹੁਣ ਅਸੀਂ ਚਲੇ ਜਾਣਾ, ਤੁਸੀਂ ਵੱਡੀ ਤੋਂ ਵੱਡੀ ਸੇਵਾ ਨਿਭਾਓਗੇ। ਜਦੋਂ ਸੇਵਾਵਾਂ ਕਰਕੇ ਤੁਸੀਂ ਰੱਜ ਗਏ, ਤੁਹਾਡੇ ਆਪਣੇ ਚਿੱਤ ਵਿੱਚ ਹੋਇਆ ਇਸ ਦੁਨੀਆ ਤੋਂ ਜਾਣ ਦਾ ਫੁਰਨਾ, ਉਦੋਂ ਤੁਸੀਂ ਸਰੀਰ ਤਿਆਗ ਕੇ ਆ ਜਾਇਓ ਤੇ ਅਸੀਂ ਪਹਿਲਾਂ ਚਲੇ ਜਾਣਾ, ਤੇ ਤੁਹਾਨੂੰ ਕੋਈ ਲੈਣ ਨਹੀਂ ਆਉਣਾ ਕਿਸੇ ਨੇ। ਜਦੋਂ ਤੁਹਾਡੇ ਮਨ 'ਚ ਇੱਛਾ ਜਾਗੇ, ਸੇਵਾ ਕਰਕੇ ਰੱਜ ਜਾਓਗੇ, ਉਦੋਂ ਆ ਜਾਓ। ਇਸ ਪ੍ਰਕਾਰ ਫਿਰ ਬਾਬਾ ਜੀ ਕਹਿੰਦੇ ਸੀ ਉਹ ਫੁਰਨਾ ਜਿਹੜਾ ਮੈਂ ਕੀਤਾ, ਉਸ ਫੁਰਨੇ ਕਰਕੇ ਮੈਂ ਫਸ ਗਿਆ, ਇਹ ਜ਼ਿੰਮੇਵਾਰੀ ਮੇਰੇ ਸਿਰ ਪੈ ਗਈ। ਤੇ ਨਹੀਂ ਤਾਂ ਉਦੋਂ ਹੀ ਮਹਾਂਪੁਰਸ਼ਾਂ ਦੇ ਨਾਲ ਚਲੇ ਜਾਂਦੇ ਤਾਂ ਚੰਗਾ ਸੀ।
ਇੰਜ ਵੀ ਬਚਨ ਕਰਦੇ ਸੀ ਵੀ ਜ਼ਿੰਮੇਵਾਰੀ ਸਿਰ ਤੇ ਪੈ ਗਈ, ਪਰ ਉਹ ਜ਼ਿੰਮੇਵਾਰੀ ਉਹਨਾਂ ਨੇ ਗੁਰੂ ਮਹਾਰਾਜ ਦੇ ਆਸਰੇ ਬਾਖੂਬੀ ਨਿਭਾਈ। ਔਰ ਇਸੇ ਪ੍ਰਕਾਰ ਸੰਤ ਕਰਤਾਰ ਸਿੰਘ ਖਾਲਸਾ ਜੀ ਨੂੰ ਜਦੋਂ ਵੱਡੇ ਸੰਤਾਂ ਨੇ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਦਮਦਮੀ ਟਕਸਾਲ ਦੇ ਜਥੇਦਾਰ ਦੇ ਤੌਰ ਤੇ ਦਸਤਾਰਬੰਦੀ ਕੀਤੀ ਹੈ, ਤੇ ਉਦੋਂ ਵੀ ਬਚਨ ਕੀਤਾ ਸੀ, ਭਾਈ ਕਰਤਾਰ ਸਿੰਘ ਜੀ, ਸਾਡਾ ਬਚਨ ਭਾਵੇਂ ਕੋਈ ਮੰਨਿਆ ਜਾਏ ਜਾਂ ਨਾ, ਪਰ ਭਾਈ ਠਾਕੁਰ ਸਿੰਘ ਦਾ ਕਦੇ ਬਚਨ ਨਹੀਂ ਮੋੜਨਾ। ਇਹਨਾਂ ਦਾ ਪੂਰਾ ਸਤਿਕਾਰ ਕਾਇਮ ਰੱਖਣਾ। ਜੋ ਵੀ ਇਹ ਬਚਨ ਕਰਨ, ਇਹਨਾਂ ਦੇ ਬਚਨ ਅੱਗੇ ਸਿਰ ਝੁਕਾਉਣਾ। ਇਹਨਾਂ ਦਾ ਕੀਤਾ ਬਚਨ ਨਹੀਂ ਮੋੜਨਾ। ਇਹਨਾਂ ਬਹੁਤ ਮੇਰੀ ਸੇਵਾ ਕੀਤੀ। ਸੋ ਇਸੇ ਤਰ੍ਹਾਂ ਸੰਤ ਕਰਤਾਰ ਸਿੰਘ ਖਾਲਸਾ ਜੀ ਵੀ ਬਾਬਾ ਜੀ ਦਾ ਬਹੁਤ ਜ਼ਿਆਦਾ ਆਦਰ ਕਰਦੇ ਸਨ। ਇੱਕ ਵਾਰੀ ਮਹਿਤੇ ਬੋੜ ਦੇ ਦਰਖਤ ਲਾਗੇ ਖਲੋਤਿਆਂ ਬਾਬਾ ਠਾਕੁਰ ਸਿੰਘ ਜੀ ਨੂੰ ਮਿਲ ਕੇ ਸੰਤ ਕਰਤਾਰ ਸਿੰਘ ਕਹਿਣ ਲੱਗੇ ਕਿ ਬਾਬਾ ਜੀ, ਤੁਹਾਡਾ ਪ੍ਰਤਾਪ ਮੇਰੇ ਨਾਲੋਂ ਕਈ ਗੁਣਾ ਜ਼ਿਆਦਾ ਹੈ। ਮੈਨੂੰ ਸਿੰਘ ਵੇਖ ਲੈਣ ਤੇ ਇੰਨਾ ਉਹਨਾਂ ਨੂੰ ਭੈ ਨਹੀਂ, ਡਰ ਨਹੀਂ ਹੁੰਦਾ, ਪਰ ਆਪ ਜੀ ਦਾ ਦਰਸ਼ਨ ਦੂਰੋਂ ਕਰਕੇ ਸਿੰਘਾਂ ਦੇ ਮਨ ਅੰਦਰ ਭੈ ਪੈਦਾ ਹੋ ਜਾਂਦਾ। ਸੋ ਤੁਸੀਂ ਕਹਿੰਦੇ ਵੀ ਕੁਛ ਨਹੀਂ ਹੋ, ਕਿਉਂਕਿ ਬਾਬਾ ਜੀ ਬਹੁਤ ਨਰਮ ਚਿੱਤ ਸਨ। ਜਿਹਨੂੰ ਜਥੇਬੰਦੀ ਚੋਂ ਕਿਸੇ ਗਲਤੀ ਕਰਕੇ ਸੰਤ ਕਰਤਾਰ ਸਿੰਘ ਖਾਲਸਾ ਜੀ ਕੱਢ ਦੇਣ, ਉਹ ਫਿਰ ਬਾਬਾ ਜੀ ਕੋਲ ਆਉਂਦਾ ਸੀ ਕਿ ਮੈਂ ਖਿਮਾ ਮੰਗਣ ਨੂੰ ਤਿਆਰ ਹਾਂ ਜੀ, ਜੋ ਸਜ਼ਾ ਮੈਨੂੰ ਦਿਓ, ਪਰ ਮੈਨੂੰ ਮਹਾਂਪੁਰਸ਼ਾਂ ਕੱਢ ਦਿੱਤਾ, ਤੁਸੀਂ ਰਖਾ ਸਕਦੇ। ਤਾਂ ਬਾਬਾ ਜੀ ਜਿਹਨੂੰ ਰੱਖ ਲੈਣ, ਉਹ ਫਿਰ ਸੰਤਾਂ ਨੂੰ ਦੱਸ ਦਿੰਦਾ ਸੀ, ਮੈਨੂੰ ਬਾਬਾ ਜੀ ਨੇ ਰੱਖ ਲਿਆ। ਫਿਰ ਸੰਤ ਕੁਛ ਨਹੀਂ ਸੀ ਕਹਿੰਦੇ। ਪਰ ਅਗਰ ਕਿਸੇ ਸਿੰਘ ਨੂੰ ਬਾਬਾ ਜੀ ਕੱਢ ਦੇਣ ਤੇ ਸੰਤ ਕਰਤਾਰ ਸਿੰਘ ਖਾਲਸਾ ਜੀ ਰੱਖਦੇ ਨਹੀਂ ਸੀ। ਸੋ ਇਸ ਪ੍ਰਕਾਰ ਇੱਕ ਵਾਰੀ ਥੋੜਾ ਜਿਹਾ ਤਕਰਾਰ ਹੋਇਆ। ਉਹ ਕੌਤਕ ਹੀ ਹੁੰਦੇ ਨੇ ਮਹਾਂਪੁਰਸ਼ਾਂ ਦੇ। ਤੇ ਸੰਤ ਕਰਤਾਰ ਸਿੰਘ ਖਾਲਸਾ ਜੀ ਨੂੰ ਕਿਹਾ, ਤੈਨੂੰ ਮਾਣ ਹੋ ਗਿਆ, ਤੂੰ ਕਥਾ ਦਾ ਮਾਣ ਕਰਦਾ, ਕਥਾ ਅਸੀਂ ਹੋਰ ਸਿੰਘਾਂ ਤੋਂ ਕਰਾ ਲਾਂਗੇ, ਤੂੰ ਪਿੰਡ ਨੂੰ ਚਲੇ ਜਾ। ਮਾਨੋ ਇਹ ਪਰਖੀ ਸੀ ਉਹਨਾਂ ਦੀ। ਸੰਤ ਕਰਤਾਰ ਸਿੰਘ ਜੀ ਚਲੇ ਗਏ ਤੇ ਮਗਰੋਂ ਬਾਬਾ ਜੀ ਆਪ ਫਿਰ ਲੈ ਕੇ ਆਏ ਸੀ ਬੇਨਤੀ ਕਰਕੇ ਕਿ ਆਜੋ ਤੁਸੀਂ ਕਥਾ ਸੁਣਾਓ, ਤੁਹਾਡੇ ਸਿਰ ਤੇ ਜ਼ਿੰਮੇਵਾਰੀ ਹੈ ਸਾਰੀ। ਇਹ ਤੇ ਆਦਿਕ ਬਾਬਾ ਜੀ ਤੁਰੇ ਆਉਂਦੇ, ਹੁਣ ਤਾਂ ਸੰਤ ਉੱਠ ਕੇ ਖੜੇ ਹੋ ਜਾਂਦੇ ਸੀ, ਸੰਤ ਕਰਤਾਰ ਸਿੰਘ ਖਾਲਸਾ ਜੀ। ਔਰ ਹਮੇਸ਼ਾ ਆਪ ਜੀ ਨੂੰ ਸਰਾਣੇ ਵਾਲੇ ਪਾਸੇ ਸੰਤ ਕਰਤਾਰ ਸਿੰਘ ਖਾਲਸਾ ਜੀ ਬਿਠਾਉਂਦੇ ਸਨ। ਆਪ ਮੰਜੇ ਦੀ ਦੌਣ ਵੱਲ ਬਹਿ ਜਾਂਦੇ ਸਨ। ਇਸ ਪ੍ਰਕਾਰ ਆਪ ਜੀ ਨੇ ਮਹਾਂਪੁਰਸ਼ ਸੰਤ ਕਰਤਾਰ ਸਿੰਘ ਖਾਲਸਾ ਜੀ ਦੇ ਵੇਲੇ ਵੀ ਫਿਰ ਲੰਗਰ ਦੀ ਸਾਰੀ ਜ਼ਿੰਮੇਵਾਰੀ, ਉਦੋਂ ਵੀ ਜਿਹਨਾਂ ਸਿੰਘਾਂ ਨੇ ਦਰਸ਼ਨ ਕੀਤੇ ਆ, ਜਦੋਂ ਲੰਗਰ ਤੋਂ ਵਿਹਲੇ ਹੁੰਦੇ ਸੀ, ਕੋਈ ਸਿੰਘ ਛਕਣ ਵਾਲਾ ਨਹੀਂ ਸੀ ਹੁੰਦਾ, ਸੇਵਾ ਕੋਈ ਨਹੀਂ ਸੀ ਹੁੰਦੀ, ਉਦੋਂ ਗੁੜਕਾ ਸਾਹਿਬ ਹੱਥ 'ਚ ਹੁੰਦਾ ਸੀ, ਸਿਮਰਨ ਭਜਨ ਵਿੱਚ ਹੀ ਲੀਨ ਰਹਿੰਦੇ ਸਨ। ਤੇ ਜਦੋਂ ਕੋਈ ਸੰਗਤ ਛਕਣ ਵਾਲਾ ਕੋ ਆਉਂਦਾ ਸੀ, ਉਦੋਂ ਪ੍ਰਸ਼ਾਦਾ ਵਰਤਾਉਣਾ, ਛਕਾਉਣਾ, ਸਾਰੀ ਲੰਗਰ ਦੀ ਜ਼ਿੰਮੇਵਾਰੀ ਆਪ ਜੀ ਨੇ ਸੰਭਾਲ ਕੇ ਰੱਖੀ ਸੀ। ਔਰ ਇਸੇ ਤਰ੍ਹਾਂ ਜਦੋਂ ਸੰਤ ਕਰਤਾਰ ਸਿੰਘ ਖਾਲਸਾ ਜੀ ਸੱਚਖੰਡ ਗਏ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦੀ ਚੋਣ ਜਦੋਂ ਕੀਤੀ ਗਈ, ਇਹ ਗੁਪਤ ਬਚਨ ਜਿਹੜੇ ਹੋਏ ਸੰਤਾਂ ਦੇ ਆਪਸ ਵਿੱਚ, ਉਹ ਤਾਂ ਸੰਤ ਹੀ ਜਾਣਦੇ ਨੇ। ਇਹਨਾਂ ਕੁ ਬਚਨ ਸਿੰਘ ਪੁਰਾਣੇ ਦੱਸਦੇ ਨੇ ਤੇ ਇੱਕ ਵਾਰੀ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਮਹਿਤੇ ਬੋੜ ਦਰਖਤ ਜਿਹੜਾ ਸੀ ਉਹਦੇ ਥੱਲੇ ਆਪਣੀ ਹੱਥੀਂ ਇੱਕ ਦਸਤਾਰ ਸੰਤ ਜਰਨੈਲ ਸਿੰਘ ਖਾਲਸਾ ਜੀ ਦੇ ਸੀਸ ਤੇ ਬੱਧੀ ਸੀ, ਨੀਲੇ ਰੰਗ ਦੀ, ਤੇ ਚਿੱਟੀ ਦਸਤਾਰ ਬਾਬਾ ਠਾਕੁਰ ਸਿੰਘ ਦੇ ਸੀਸ ਤੇ ਸਜਾਈ ਸੀ। ਔਰ ਇੱਕ ਵਾਰੀ ਮਹਾਂਪੁਰਸ਼ਾਂ ਨੇ ਬੀੜ ਬਾਬਾ ਬੁੱਢਾ ਸਾਹਿਬ ਉੱਥੇ ਪ੍ਰਚਾਰ ਕਰਦਿਆਂ ਕਿਹਾ ਸੀ, ਜਦੋਂ ਜਿਹੜੀ ਇੰਦਰਾ ਗਾਂਧੀ ਸੀ ਦੇਸ਼ ਦੀ, ਇੰਡੀਆ ਦੀ ਪ੍ਰਧਾਨ ਮੰਤਰੀ, ਉਹਨੇ ਐਮਰਜੈਂਸੀ ਲਾਈ ਸੀ ਅਤੇ ਨਸਬੰਦੀ, ਨਲਬੰਦੀ, ਜ਼ਬਰਦਸਤੀ ਆਪਰੇਸ਼ਨ ਸਿੱਖਾਂ ਦੇ ਕੀਤੇ ਜਾ ਰਹੇ ਸਨ। ਉਦੋਂ ਮਹਾਂਪੁਰਸ਼ਾਂ ਕਿਹਾ ਸੀ, ਮੈਂ ਹੱਥ ਕੜੀ ਲਵਾ ਕੇ ਅੰਦਰ ਜੇਲ੍ਹ ਜਾਣ ਨੂੰ ਤਿਆਰ ਹਾਂ, ਮੈਨੂੰ ਮਰਨ ਤੋਂ ਕੋਈ ਡਰ ਨਹੀਂ ਹੈ। ਤੇ ਜਥੇਬੰਦੀ ਦੀ ਜ਼ਿੰਮੇਵਾਰੀ ਭਾਈ ਠਾਕੁਰ ਸਿੰਘ ਦੇ ਸਿਰ ਤੇ ਆ, ਉਹ ਆਪ ਨਿਭਾਉਣ ਜਾਂ ਕਿਸੇ ਵੀ ਸਿੰਘ ਨੂੰ ਜ਼ਿੰਮੇਵਾਰੀ ਦੇਣ, ਉਹ ਸਾਰੀ ਜਥੇਦਾਰੀ ਉਹਨਾਂ ਦੀ ਹੈ, ਸਾਰੀ ਜ਼ਿੰਮੇਵਾਰੀ ਉਹਨਾਂ ਦੀ। ਸੋ ਇਸ ਪ੍ਰਕਾਰ ਦਾ ਆਪ ਜੀ ਦਾ ਸਤਿਕਾਰ ਸੀ। ਫਿਰ ਸੰਤ ਜਦੋਂ ਸਰੀਰ ਤਿਆਗਿਆ, ਉਹਨਾਂ ਨੇ ਚੋਲਾ ਛੱਡਿਆ, ਤੇ ਉਹਨਾਂ ਦੇ ਦੁਸਹਿਰੇ ਵੇਲੇ ਦਿਨ ਦਸਤਾਰਬੰਦੀ ਹੋਣੀ ਸੀ ਨਵੇਂ ਜਥੇਦਾਰ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਵਜੋਂ। ਤਾਂ ਭਾਵੇਂ ਕੋਈ ਸਿੰਘ ਕਿਸੇ ਦਾ ਨਾਂ ਲੈਂਦਾ ਸੀ, ਕੋਈ ਕਿਸੇ ਦਾ, ਪਰ ਬਾਬਾ ਠਾਕੁਰ ਸਿੰਘ ਜੀ ਨੇ ਦਰਸ਼ਨੀ ਡਿਉੜੀ 'ਚ ਸਾਰੇ ਸਿੰਘਾਂ ਨੂੰ ਇਕੱਤਰ ਕਰਕੇ ਕਿਹਾ ਸੀ ਕਿ ਦੱਸੋ ਸਿੰਘੋ। ਤਾਂ ਉਹਨਾਂ ਕਿਹਾ, ਬਾਬਾ ਜੀ ਅਸੀਂ ਆਪ ਜੀ ਦੇ ਬਚਨਾਂ ਦੇ ਫੁੱਲ ਚੜਾਵਾਂਗੇ, ਤੁਸੀਂ ਜਿਹਨੂੰ ਦਸਤਾਰਬੰਦੀ ਕਰੋਗੇ ਸਾਨੂੰ ਮਨਜ਼ੂਰ ਹੈ। ਤਾਂ ਉਸ ਵੇਲੇ ਬਾਬਾ ਜੀ ਨੇ ਕਿਹਾ ਸੀ, ਪਹਿਲਾਂ ਅਸੀਂ ਸੰਤ ਚੁਣਦੇ ਹੁੰਦੇ ਸੀ ਤੇ ਹੁਣ ਆਪਾਂ ਨੂੰ ਜਰਨੈਲ ਦੀ ਲੋੜ ਹੈ, ਜਰਨੈਲ ਦੀ ਲੋੜ ਹੈ। ਤਾਂ ਫਿਰ ਕਹਿਣ ਲੱਗੇ ਜੀ, ਉਹ ਕੌਣ? ਕਹਿੰਦੇ ਜੀ, ਉਹ ਆਪਣਾ ਅਭਿਆਸੀ, ਰੋਡਿਆਂ ਵਾਲਾ ਅਭਿਆਸੀ ਜਰਨੈਲ ਸੋਂ, ਉਹਦੀ ਚੋਣ ਕਰਨੀ ਹੈ। ਤਾਂ ਫਿਰ ਬਾਬਾ ਜੀ ਨੇ ਟੇਪ ਰਿਕਾਰਡ ਬਚਨ ਵੀ ਸਾਰੇ ਸਿੰਘਾਂ ਦੇ ਕੀਤੇ, ਕਾਫੀ ਸਿੰਘਾਂ ਦੇ, 94 ਸਿੰਘਾਂ ਦੇ, ਤੇ ਅਸੀਂ ਆਪ ਜੀ ਨਾਲ ਸਹਿਮਤ ਹਾਂ ਜੀ। ਤੇ ਉਸ ਤਰ੍ਹਾਂ ਫਿਰ ਜਕਾਰੇ ਛੱਡੇ ਗਏ।
ਫਿਰ ਦੁਸਹਿਰੇ ਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਦਸਤਾਰਬੰਦੀ ਆਪ ਜੀ ਨੇ ਆਪਣੀ ਹੱਥੀਂ ਸਜਾਈ। ਹੋਰ ਵੀ ਤਖਤ ਸਾਹਿਬਾਨਾਂ ਤੋਂ ਆਏ ਸੱਜਣਾ ਨੇ, ਸਿੰਘ ਸਾਹਿਬਾਨਾਂ ਨੇ ਦਸਤਾਰਾਂ ਸਜਾਈਆਂ। ਇੰਜ ਸੰਤ ਜਰਨੈਲ ਸਿੰਘ ਖਾਲਸਾ ਜੀ ਜੋ ਕੌਮ ਦੇ ਹੀਰੇ, ਕੌਮ ਦੇ ਜਰਨੈਲ, ਉਹਨਾਂ ਦੀ ਚੋਣ ਵੀ ਬਾਬਾ ਠਾਕੁਰ ਸਿੰਘ ਦੀ ਅਗਵਾਈ ਵਿੱਚ ਸਾਰੀ ਜਥੇਬੰਦੀ ਨੇ ਕੀਤੀ ਸੀ। ਆਪ ਜੀ ਦੇ ਬਚਨਾਂ ਤੇ ਸਾਰੇ ਜਥੇ ਦੇ ਸਿੰਘਾਂ ਨੇ ਫੁੱਲ ਚੜਾਏ ਸਨ ਤੇ ਇਸ ਪ੍ਰਕਾਰ ਉਹ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਦੇ ਤੌਰ ਤੇ ਉਹਨਾਂ ਦੀ ਚੋਣ ਹੋਈ। ਇੱਥੋਂ ਤੱਕ ਇਹ ਕੁਝ ਬਚਨ ਬਾਬਾ ਠਾਕੁਰ ਸਿੰਘ ਦੇ ਜੀਵਨ ਸੰਬੰਧੀ ਆਪ ਜੀ ਨਾਲ ਸਾਂਝੇ ਕੀਤੇ ਹਨ। ਇਸ ਤੋਂ ਅੱਗੇ ਫਿਰ ਦੁਬਾਰਾ ਬਚਨ ਜਿੰਨੇ ਕਿ ਯਾਦ ਆਉਣਗੇ ਜਾਂ ਉਹਨਾਂ ਮਹਾਂਪੁਰਸ਼ਾਂ ਦੀ ਜੋ ਵਡਿਆਈ ਕੋਲ ਰਹਿ ਕੇ ਵੇਖੀ, ਉਹ ਫਿਰ ਰਿਕਾਰਡ ਕੀਤੇ ਜਾਣਗੇ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।